हाँ जी दोस्तों, प्यार भरी सत श्री अकाल। ਆਪਾਂ ਕੱਲ ਵੀ
ਦੋ ਸੱਜਣ ਨਾਲ ਰਲੇ ਸੀਗੇ ਤੇ ਗੱਲਬਾਤ ਕੀਤੀ ਸੀ ਕਿਸਾਨ ਮਜ਼ਦੂਰ ਅੰਦੋਲਨ ਦੇ ਸੰਬੰਧ ਦੇ ਵਿੱਚ। ਤੇ ਅੱਜ ਵੀ ਆਪਾਂ ਲਾਉਨੇ ਆ, ਇੱਕ ਦੋ ਬੰਦੇ ਨਾਲ ਆਉਣਗੇ। ਹਾਂਜੀ ਭੈਣ ਜੀ ਜਸਵੰਤ ਕੌਰ ਜੀ, ਸਤਿ ਸ੍ਰੀ ਅਕਾਲ। ਅਗਰ ਟਾਈਮ ਹੈਗਾ ਤਾਂ ਆ ਜਾਓ, 5-10 ਮਿੰਟ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਤੇ ਜੋ ਅੰਦੋਲਨ ਚੱਲ ਰਿਹਾ ਉਸ ਸੰਬੰਧ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਅੱਜ ਕੱਲ ਬੜਾ ਗਾਹ ਪਿਆ ਹੋਇਆ ਅੰਦੋਲਨ ਨੂੰ ਢਾਹ ਲਾਉਣ ਵਾਸਤੇ। ਜਿੱਦਾਂ ਕਹਿੰਦੇ ਹੁੰਦੇ ਨਾ ਵੀ ਸਾਰਾ ਹੀ ਦੇਖੋ ਅੰਦੋਲਨ ਸਟਿਲ ਚੜ੍ਹਦੀ ਕਲਾ ਦੇ ਵਿੱਚ ਆ। ਕੱਲ ਵੀ ਸੱਜਣ ਮਿੱਤਰ ਆਪਣੇ ਨਾਲ ਸੀਗੇ ਜਿਹੜੇ ਉਸ ਅੰਦੋਲਨ ਦੇ ਵਿੱਚ ਸਾਰਾ ਉਹਨਾਂ ਨੇ ਦਿਖਾ ਲਿਆ ਉੱਥੋਂ ਦਾ ਪ੍ਰੋਗਰਾਮ। ਤੇ ਦੁੱਖ ਇਸ ਚੀਜ਼ ਦਾ ਹੁੰਦਾ ਬਈ ਉਸ ਅੰਦੋਲਨ ਨੂੰ ਦੁਸ਼ਮਣ ਨੇ, ਦੁਸ਼ਮਣ ਦਾ ਤਾਂ ਖੈਰ ਦੁਸ਼ਮਣਾਂ ਤੇ ਕਿਆ ਗਿਲਾ, ਉਹਨਾਂ ਦੇ ਉੱਪਰ ਤਾਂ ਗਿਲਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਤਾਂ ਗਲਤ ਪਾਲਿਸੀਆਂ ਇਹੋ ਜਿਹੇ ਜਿਹੜੇ ਆ ਢੰਗ ਤਰੀਕੇ ਅਪਣਾਉਣੇ ਹੀ ਆ ਕਿ ਅੰਦੋਲਨ ਨੂੰ ਲੀਹ ਤੋਂ ਲਾਹਿਆ ਜਾਵੇ। ਪਰ ਕੁਝ ਕੁ ਲੋਕ ਆਪਣੇ ਜਿਹੜੇ ਆ ਉਸ ਛੜਯੰਤਰ ਦੇ ਵਿੱਚ ਫਸ ਜਾਂਦੇ ਆ। ਉਹਨਾਂ ਨੇ ਵੀ ਬੜਾ ਇਸ ਚੀਜ਼ ਦਾ ਜਿਹੜਾ ਕਾਫੀ ਰੌਲਾ ਪਾਇਆ ਹੋਇਆ। ਮੈਂ ਤਾਂ ਆਪਸ ਦੇ ਵਿੱਚ ਜਿਹੜੀ ਇੱਕ ਦੂਜੇ ਦੀਆਂ ਨਾ ਲੱਤਾਂ ਖਿੱਚੀਆਂ ਜਾ ਰਹੀਆਂ, ਬਹੁਤ ਹੀ ਮਾੜੀ ਗੱਲ ਆ। ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਇਸ ਅੰਦੋਲਨ ਦੇ ਵਿੱਚ ਪੂਰਨ ਯੋਗਦਾਨ ਪਾਇਆ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਤਨੋ ਮਨੋ ਧਨੋ ਉਹਨਾਂ ਨੇ ਯੋਗਦਾਨ ਪਾਇਆ। ਮੀਂਹਾਂ ਦੇ ਵਿੱਚ ਬਾਹਰ ਸਨੋ ਪਈਓ, ਕੜਾਕੇ ਦੀ ਠੰਡ ਦੇ ਵਿੱਚ ਵੀ ਰੈਲੀਆਂ ਪ੍ਰੋਟੈਸਟ ਕੀਤੇ ਆ ਤੇ ਸਟਿਲ ਕਰ ਰਹੇ ਆ ਕਿ ਇਹ ਅੰਦੋਲਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋ ਜਾਏ, ਸਫਲਤਾਪੂਰਵਕ ਸੰਪੰਨ ਹੋਵੇ, ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਵੇ। ਬੱਚੇ ਬੱਚੇ ਦਾ, ਹਰ ਇੱਕ ਇਨਸਾਨ ਦਾ ਪੂਰਾ ਜ਼ੋਰ ਲੱਗਿਆ ਹੋਇਆ। ਪਰ ਕੁਛ ਕੁ ਸੱਜਣ, ਜਾਂ ਹੁਣ ਕਹਿ ਲਈਏ ਵੀ ਆਪਾਂ ਇਹ ਦੁਸ਼ਮਣ ਦਾ ਇੱਕ IT ਸੈੱਲ ਹੀ ਆ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਆਪਣਿਆਂ ਦੀਆਂ ਇਹ ਜੜ੍ਹਾਂ ਵੱਢਣ ਤੇ ਲੱਗਿਆ ਹੋਇਆ ਹੈ। ਅਲੱਗ-ਅਲੱਗ ਤਰੀਕੇ ਦੇ ਨਾਲ ਸਿੱਖ ਬਨਾਮ ਕਾਮਰੇਡ, ਇਹ ਇੱਕ ਨਵਾਂ ਹੀ ਜਿੱਦਾਂ ਗਰੁੱਪ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਾਡੇ ਲੋਕ ਉਸ ਛੜਯੰਤਰ ਦੇ ਵਿੱਚ ਪੂਰੀ ਤਰ੍ਹਾਂ ਟਰੈਪ ਹੋ ਚੁੱਕੇ ਨੇ। ਜਦੋਂ ਕਿ ਇਸ ਅੰਦੋਲਨ ਦੀ ਅਗਵਾਈ ਜਿਹੜੇ ਜਰਨੈਲ ਕਰ ਰਹੇ ਹਨ, ਉਹ ਸਾਰੇ ਹੀ ਧਰਮਾਂ ਮਜ਼ਹਬਾਂ ਦੇ ਹਨ। ਹਿੰਦੂ ਵੀ ਹੈ, ਸਿੱਖ, ਮੁਸਲਮਾਨ, ਈਸਾਈ, ਬੋਧੀ, ਲਿੰਗਾਇਤ, ਅੰਬੇਡਕਰਵਾਦੀ, ਸਾਰੇ ਹੀ ਲੋਕ ਇਹਦੇ ਵਿੱਚ ਸ਼ਾਮਲ ਹੈ। ਕਾਮਰੇਡ ਵਗੈਰਾ ਸਾਰੇ ਸ਼ਾਮਲ ਹੈ। ਇਹ ਇੱਕ ਕਹਿ ਲਈਏ ਵੀ ਇੱਕ ਆਰਥਿਕ ਅੰਦੋਲਨ ਹੈ, ਇੱਕ ਰੋਟੀ ਬਚਾਉਣ ਲਈ, ਰੋਟੀ ਦੀ ਬੁਰਕੀ ਬਚਾਉਣ ਵਾਸਤੇ ਇਹ ਅੰਦੋਲਨ ਸ਼ੁਰੂ ਹੋਇਆ। ਦੁਸ਼ਮਣ ਦੇ ਵੱਲੋਂ ਦੇਖੋ ਇੱਕ ਇਹੋ ਜਿਹਾ ਸਟੈਪ ਆ ਇਹ ਦੁਸ਼ਮਣ ਦੇ ਵੱਲੋਂ ਵੀ ਇਸ ਅੰਦੋਲਨ, ਇਹ ਇੱਕ ਮਤਲਬ ਉਹਨਾਂ ਦਾ ਇੱਕ ਇਹੋ ਜਿਹਾ ਤੀਰ ਜਿਹੜਾ ਉਹਨਾਂ ਨੇ ਆਪਣਾ ਰਾਮ ਰਾਜ ਹਿੰਦੂ ਰਾਸ਼ਟਰ ਬਣਾਉਣ ਛੱਡਿਆ। ਇਹ ਜਿਹੜਾ ਤੀਰ, ਦਿਲਬਾਗ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਰ ਜੀ। ਹੋਰ ਸੁਣਾਓ ਕੀ ਹਾਲ ਚਾਲ ਹੈ? ਹਾਂ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਮੈਂ ਆਪਣੇ ਮਿੱਤਰਾਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਸਾਂਝੀ। ਹਾਂਜੀ ਹਾਂਜੀ। ਲਓ ਜੀ, ਇੱਕ ਸਾਡੇ ਮਿੱਤਰ ਆ ਜਸਵੀਰ ਸਿੰਘ ਗਰਚਾ ਜੀ,
ਉਹਨਾਂ ਦਾ ਕਮੈਂਟ ਉਹਨੇ ਕੀਤਾ, ਦਿੱਲੀ ਅਣਖੀ ਯੋਧੇ ਹਿਲਾ ਸਕਦੇ ਨੇ, ਕਾਮਰੇਡ ਤਬਕਾ ਨਹੀਂ ਹਿਲਾ ਸਕਦਾ। ਦੇਖੋ ਵੀਰ ਮੇਰੇ, ਆਪਾਂ ਗੱਲ ਹੀ ਇਸ ਵਿਸ਼ੇ ਤੇ ਮੈਂ ਕਰ ਹੀ ਰਿਹਾ ਸੀਗਾ, ਜੇ ਅਸੀਂ ਗੁਰੂ ਦੇ ਸਿੱਖਿਆ ਤੇ ਨਾ ਵੰਡੀਆਂ ਦੇ ਵਿੱਚ ਨਾ ਪਈਏ, ਸਾਰੀ ਦੁਨੀਆ ਜਾਣਦੀ ਹੈ ਪਰ ਉਹ ਕਾਮਰੇਡ ਵੀ ਇਹ ਇੱਕ ਕੱਲਾ ਇੱਕ, ਜੇ ਅਸੀਂ ਇਹਨੂੰ ਕਹਿ ਲਈਏ ਵੀ ਕੱਲਾ ਇੱਕ ਇਹ ਧਾਰਮਿਕ ਅੰਦੋਲਨ ਨਹੀਂ ਹੈਗਾ, ਇਹਦੇ ਵਿੱਚ ਹਰ ਇੱਕ ਧਰਮ ਦੇ ਲੋਕ, ਮੁਸਲਮਾਨ ਵੀ ਸ਼ਾਮਲ ਆ, ਸਿੱਖ ਵੀ ਆ, ਬੋਧੀ, ਜੈਨੀ, ਈਸਾਈ, ਅੰਬੇਡਕਰਵਾਦੀ, ਸਾਰੇ ਲੋਕ ਸ਼ਾਮਲ ਆ ਇਹਦੇ ਵਿੱਚ, ਕਿਉਂਕਿ ਮਸਲਾ ਵੀ ਇੱਕ ਦਾ ਹੈ ਨਹੀਂਗਾ ਇਹ, ਠੀਕ ਨੇ। ਇੱਥੇ ਇੱਕ ਗੱਲ, ਚਾਹੇ ਮਿੱਤਰੋ ਮੰਨੋ ਜਾਂ ਨਾ ਮੰਨੋ, ਪੰਜਾਬ ਦੇ ਲੋਕ, ਚਾਹੇ ਉਹ ਸਿੱਖ ਆ, ਚਾਹੇ ਉਹ ਬ੍ਰਾਹਮਣ ਆ, ਚਾਹੇ ਉਹ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਈਸਾਈ ਆ, ਜਿਹੜੀ ਉਹਨਾਂ 'ਚ ਸਪਿਰਿਟ ਆ, ਜਿਹੜਾ ਉਹਨਾਂ ਦਾ ਜੋਸ਼ ਆ, ਜਿਹੜਾ ਉਹਨਾਂ ਦੇ ਵਿਰਾਸਤ ਦੇ ਰਾਹੀਂ ਉਹਨਾਂ ਦੇ ਵਿੱਚ, ਉਹਨਾਂ ਦੇ ਖੂਨ ਦੇ ਜ਼ਰੇ ਜ਼ਰੇ ਦੇ ਵਿੱਚ ਚੀਜ਼ ਭਰੀ ਹੋਈ ਆ, ਉਹ ਸਿੱਖੀ ਸਪਿਰਿਟ ਹੀ ਹੈ। ਉਹਨਾਂ ਦਾ ਰੂਪ ਸਰੂਪ ਕੋਈ ਵੀ ਹੋਵੇ, ਠੀਕ ਨਹੀਂ, ਕਿਉਂ? ਉਹਦਾ ਕਾਰਨ ਕੀ ਆ ਕਿ ਪੰਜਾਬ ਦੇ ਲੋਕ ਨੇ ਸ਼ੁਰੂ ਤੋਂ ਹੀ ਜ਼ੁਲਮ ਦਾ ਟਾਕਰਾ ਸਭ ਤੋਂ ਵੱਧ ਕੀਤਾ। ਜਦੋਂ ਵੀ ਹਮਲਾਵਰ ਜਿਹੜੇ ਆ ਭਾਰਤ ਦੇ ਉੱਪਰ ਹਮਲੇ ਕਰਦੇ ਸੀ ਤਾਂ ਸਭ ਤੋਂ ਪਹਿਲਾਂ ਟੱਕਰ ਜਿਹੜੀ ਹੈ ਪੰਜਾਬੀਆਂ ਦੀ ਹੁੰਦੀ ਸੀ, ਠੀਕ ਨੇ। ਇਸ ਕਰਕੇ ਇਹ ਚੀਜ਼ ਨੂੰ ਜੇ ਅਸੀਂ ਅੱਜ ਵੀ ਲੈ ਕੇ ਬੈਠ ਜਾਈਏ ਅੰਦੋਲਨ ਦੇ ਵਿੱਚ ਵੀ, ਇਸ ਨੂੰ ਕਾਮਰੇਡ ਕਿਉਂ ਲੀਡ ਕਰ ਰਹੇ ਆ, ਇਹ ਬੜੀ ਇੱਕ ਮੇਰਾ ਖਿਆਲ ਅੰਦੋਲਨ ਨੂੰ ਢਾਹ ਲਾਉਣ ਵਾਲੀ ਗੱਲ ਹੋਵੇਗੀ। ਮੈਂ ਮੰਨਦਾ ਬਈ ਕੁਝ ਕਾਮਰੇਡ ਗਲਤ ਵੀ ਹੋਣਗੇ, ਤੇ ਉਹ 'ਚ ਜੇ ਅਸੀਂ ਇਹ ਚੀਜ਼ ਦੇਖੀਏ ਤਾਂ ਉਹ 'ਚ ਤਾਂ ਹੁਣ ਸਿੱਖੀ ਸਰੂਪ ਵਾਲੇ ਵੀ ਲੋਕ ਬਹੁਤ ਗਲਤ ਨੇ, ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਰਾਜ ਕੀਤਾ 70 ਸਾਲ, ਚਾਹੇ ਉਹ ਅਕਾਲੀ ਲੈ ਲਓ, ਸਭ ਤੋਂ ਖਤਰਨਾਕ ਤਾਂ ਅਕਾਲੀ ਹੈ, ਜਿਨ੍ਹਾਂ ਨੇ ਸਭ ਤੋਂ ਵੱਧ ਨਾਸ਼ ਪੰਜਾਬ ਦੀ ਜਵਾਨੀ ਦਾ, ਧਰਮ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਗੰਦੀਆਂ ਨਾਲੀਆਂ ਢੇਰਾਂ ਦੇ ਉੱਪਰ ਖਿਲਾਰ ਦੇਣਾ, ਇਹ ਤੋਂ ਹੋਰ ਵੱਡੀ ਘਿਨਾਉਣੀ ਹਰਕਤ ਕਿਹੜੀ ਹੋ ਸਕਦੀ ਹੈ? ਹਰਮੰਦਰ ਸਾਹਿਬ ਤੇ ਹਮਲਾ, ਇਹ ਸਾਰੇ ਸਿੱਖੀ ਸਰੂਪ ਵਾਲੇ ਲੋਕਾਂ ਨੇ ਕੀਤੇ ਗਏ ਆ ਨਾ, ਠੀਕ। ਇਸ ਕਰਕੇ ਅਸੀਂ ਆਪਾਂ ਇਹ ਚੀਜ਼ ਲੈ ਕੇ ਚੱਲੀਏ ਕਿ ਇਨਸਾਨ ਜਿਹੜਾ ਕੋਈ ਵੀ ਹੋਵੇ, ਚਾਹੇ ਉਹ ਆਪਣੇ ਆਪ ਨੂੰ ਕਾਮਰੇਡ ਕਹਾਉਂਦਾ ਜਾਂ ਮੁਸਲਮਾਨ ਕਹਾਉਂਦਾ ਜਾਂ ਸਿੱਖ, ਅਗਰ ਉਹ ਇਨਸਾਨ ਆ, ਉਹ 'ਚ ਇਨਸਾਨੀਅਤ ਆ, ਉਹ ਸੱਚ ਦੇ ਉੱਪਰ ਚੱਲਦਾ, ਉਹ ਸੱਚ ਦੇ ਉੱਪਰ ਚੱਲ ਕੇ ਕਿਸੇ ਚੰਗੇ ਕੰਮ ਦੇ ਵਿੱਚ ਯੋਗਦਾਨ ਪਾਉਂਦਾ, ਜਿਵੇਂ ਕਿ ਆ ਸੰਘਰਸ਼ ਲੈ ਲਓ, ਕਿਸਾਨ ਮਜ਼ਦੂਰ ਅੰਦੋਲਨ ਸੰਘਰਸ਼ ਲੈ ਲਓ, ਮਕਸਦ ਸਾਡਾ ਤਾਂ ਇਹ ਆ ਵੀ ਕਾਨੂੰਨ ਰੱਦ ਹੋਣੇ ਚਾਹੀਦੇ ਤੇ MSP ਕਾਨੂੰਨ ਬਣਨਾ ਚਾਹੀਦਾ, ਔਰ ਇਸੇ ਬੇਸ ਤੇ ਇਹ ਅੰਦੋਲਨ ਸ਼ੁਰੂ ਵੀ ਹੋਇਆ, ਠੀਕ ਨੇ। ਪਰ ਅਸੀਂ ਉਸ ਚੀਜ਼ ਨੂੰ ਹੀ ਲੈ ਕੇ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਇਸ ਵੇਲੇ ਜੰਗ ਛੇੜੀ ਹੋਈ ਹੈ, ਉਹਦੇ ਨਾਲ ਆਪਣੇ ਅੰਦੋਲਨ ਨੂੰ ਕਾਫੀ ਹੱਦ ਤੱਕ ਢਾਹ ਲੱਗ ਰਹੀ ਹੈ। ਬਿਨਾਂ ਸ਼ੱਕ ਅੰਦੋਲਨ ਸ਼ੁਰੂ ਕਰਨ ਦੇ ਵਿੱਚ ਪੰਜਾਬੀਆਂ ਨੇ ਪਹਿਲ ਕੀਤੀ, ਉਹ ਵੀ ਸਿੱਖੀ ਦੀ ਸਪਿਰਿਟ ਆ, ਸਿੱਖੀ ਦੀ ਸਪਿਰਿਟ। ਜਦੋਂ ਮੈਂ ਤੁਹਾਨੂੰ ਦੱਸਦਾ ਦਲਵਾਰ ਸਿੰਘ ਜੀ, ਆਪਾਂ ਉਹੀ ਗੱਲ ਕਰਨੀ ਆ ਵੀ ਅੰਦੋਲਨ ਸ਼ੁਰੂ ਕੀਤਾ, ਮੋਢੀ ਬਣੇ ਆ, ਹੁਣ ਜਦੋਂ ਜਿੱਦਾਂ ਸਮਾਂ ਆ ਰਿਹਾ, ਅੰਦੋਲਨ ਬਿਨਾਂ ਸ਼ੱਕ ਜਿੱਤੇਗਾ, ਜਿੱਤਾਂਗੇ ਆਪਾਂ ਜ਼ਰੂਰ, ਕਾਨੂੰਨ ਰੱਦ ਹੋਣਗੇ, ਬਹੁਤ ਵੱਡਾ ਅੰਦੋਲਨ ਹੈ, ਚੱਲੂਗਾ, ਕਾਫੀ ਲੰਬਾ ਸਮਾਂ ਚੱਲੂ। ਮਤਲਬ ਮੈਨੂੰ ਇਹ ਡਰ ਲੱਗਦਾ ਵੀ ਕਿਤੇ ਉਹ ਗੱਲ ਨਾ ਹੋਵੇ ਕਿ ਮੋਢੀ ਅਸੀਂ ਬਣੇ ਆ, ਅੰਦੋਲਨ ਸ਼ੁਰੂ ਕੀਤਾ, ਪਰ ਜਦੋਂ ਹਾਰ ਪਾਉਣ ਦਾ ਟਾਈਮ ਆਇਆ ਤੇ ਅਸੀਂ ਜੁੰਡੋ ਜੁੰਡੀਏ ਹੋ ਕੇ ਬਹਿ ਜਾਈਏ, ਇੱਕ ਦੂਜੇ ਦੇ ਪੱਗਾਂ ਲਾ ਕੇ ਬਹਿ ਜਾਈਏ, ਇੱਕ ਦੂਜੇ ਦੇ ਲੱਤਾਂ ਤੋੜਨ ਲੱਗਦੀ ਆਪਣੀ ਆਪਸ ਵਿੱਚ, ਕਿਤੇ ਉਹ ਕੰਮ ਨਾ ਹੋ ਜਾਵੇ। ਕਿਉਂਕਿ ਇਤਿਹਾਸ ਵਿੱਚ ਪਹਿਲਾਂ ਤਕਰੀਬਨ 70 ਆਜ਼ਾਦੀ ਤੋਂ ਬਾਅਦ ਇਹੀ ਕੁਛ ਹੁੰਦਾ ਆ ਰਿਹਾ, ਕੋਈ ਅੰਦੋਲਨ ਸਾਡਾ ਕਾਮਯਾਬ ਨਹੀਂ ਹੋਇਆ। ਉਹਦਾ ਕਾਰਨ ਕਿ ਅਸੀਂ ਅਖੀਰ ਨੂੰ ਉੱਪਰਲੇ ਪੌਡੇ ਤੋਂ ਆ ਕੇ ਥੱਲੇ ਡਿੱਗਦੇ ਰਹੇ ਹਾਂ, ਔਰ ਬਾਹਰੋਂ ਦੁਸ਼ਮਣ ਤੋਂ ਇੰਨਾ ਨਹੀਂ ਖਤਰਾ ਰਿਹਾ ਜਿੰਨਾ ਸਾਨੂੰ ਆਪਸ ਵਿੱਚ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ, ਪੌੜੀ ਉਹ ਥੱਲੇ ਖਿੱਚ ਕੇ ਸਿੱਟਿਆ ਗਿਆ। ਹਾਂਜੀ, ਮੈਂ ਕਿਹਾ ਜੇ ਨਾ ਸਪੋਜ਼ ਕਰ ਲਓ, ਜਿੱਦਾਂ ਹੁਣ ਮੈਨੂੰ ਨਹੀਂ ਪਤਾ ਉਹ 40 ਬੰਦੇ ਸਾਰੇ ਹੁਣ, ਉਹ ਸਪੋਜ਼ ਕਰ ਲਓ ਕਿ ਸਾਰੇ ਕਾਮਰੇਡ ਆ ਜਿਹੜੇ ਅੰਦੋਲਨ ਨੂੰ ਰਨ ਕਰ ਰਹੇ ਆ, ਰਾਈਟ, ਸਪੋਜ਼ ਕਰ ਲਓ ਕਾਮਰੇਡ ਆ, ਹਨਾ,
ਪਰ ਉਹ ਕੰਮ ਕੀ ਕਰ ਰਿਹਾ ਆ ਕਿ ਸਾਨੂੰ MSP ਚਾਹੀਦੀ ਆ ਤੇ ਸਾਡੇ ਜ਼ਮੀਨਾਂ ਤੇ ਕਬਜ਼ਾ ਨਾ ਕਰਨ, ਕਾਰਪੋਰੇਟ ਘਰਾਣੇ ਹਨਾ, ਇਹ ਮੁੱਦਾ ਉਹਨਾਂ ਦਾ ਜੀ। ਔਰ ਦੂਜੀ ਗੱਲ ਉਹ ਇਹ ਕਹਿ ਰਹੇ ਆ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਫਿਰ ਉਹਨਾਂ ਨੇ ਗਰਾਊਂਡ ਤੇ ਕੰਮ ਕੀਤਾ, ਲੀਡਰਾਈਜ਼ ਕੀਤਾ, ਲੋਕਾਂ ਨੂੰ ਤਿਆਰ ਕੀਤਾ ਇਸ ਸੰਘਰਸ਼ ਦੇ ਲਈ। ਕਾਮਰੇਡਾਂ ਦੇ ਕੋਈ 40 ਦੇ 40 ਕਾਮਰੇਡ ਮੰਨ ਲੈਂਦੇ ਆਪਾਂ, ਕਾਮਰੇਡ ਹੋ ਨਾ, ਉਹਨਾਂ ਨੂੰ ਤਿਆਰ ਕੀਤਾ ਵੀ ਗਵਰਨਮੈਂਟ ਸਾਡੇ ਨਾਲ ਠੱਗੀ ਮਾਰ ਲੱਗੀ ਆ। ਉਹ ਪਹਿਲਾਂ ਤੋਂ ਲੜਦੇ ਵੀ ਆਉਂਦੇ ਰਾਈਟ, ਤੇ ਉਹਨਾਂ ਨੂੰ ਤਿਆਰ ਕੀਤਾ ਕਾਮਰੇਡਾਂ ਨੇ, ਤੇ ਉਹ ਦਿੱਲੀ ਲੈ ਗਏ ਤੇ ਉਹਨਾਂ ਦੇ ਨਾਲ ਬਾਕੀ ਕਿਸਾਨ ਵੀ ਰਲ ਕੇ ਭਾਰਦੇ, ਚਾਹੇ ਉਹ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਆ ਜਾਂ ਮੋਦੀ। ਇਸ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਇਕੱਠੇ ਹੋਏ ਹੋ ਹਨਾ, ਉਹਨਾਂ ਦੇ ਹੱਕ ਵਿੱਚ। ਹੁਣ ਜਿਹੜਾ ਕੰਮ ਕਾਮਰੇਡਾਂ ਨੇ ਕੀਤਾ, ਹੁਣ ਜੇ ਇਹੀ ਕੰਮ ਜਿਹੜੇ ਧਰਮ ਨੂੰ ਮੰਨਣ ਵਾਲੇ ਇਹ ਕਰ ਲੈਂਦੇ ਤਾਂ ਲੋਕਾਂ ਨੇ ਇਹਨਾਂ ਮਗਰ ਹੋਣਾ ਸੀ। ਤੇ ਇਹਨਾਂ ਨੇ ਸਟੇਜ ਤੋਂ ਫੇਰ ਕਹਿਣਾ ਸੀ, ਮੈਂ ਕਾਮਰੇਡ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਜ਼ਮੀਨਾਂ ਤੁਹਾਡੀਆਂ ਵੀ ਆ, ਤੁਸੀਂ ਵੀ ਆਓ ਵੱਧ ਚੜ ਕੇ। ਬਿਲਕੁਲ ਇਹਨਾਂ ਨੇ ਇਹ ਗੱਲ ਕਾਮਰੇਡਾਂ ਨੂੰ ਕਹਿਣੀ ਸੀ ਪੱਕੀ, ਰਾਈਟ। ਅੱਜ ਉਹ ਕਹਿੰਦੇ ਅਸੀਂ ਕਾਮਰੇਡ ਨਹੀਂ, ਮੈਂ ਪੰਜਾਂ ਬਾਣੀਆਂ ਦਾ ਪਾਠ ਵੀ ਕਰਦਾ, ਫਤਿਹ ਵੀ ਬੁਲਾਉਂਦੇ, ਸਾਰਾ ਕੁਝ ਹੁੰਦਾ। ਉਹ ਇਹਨਾਂ ਨੂੰ ਕਹਿ ਰਹੇ ਹਨਾ। ਮੇਰੇ ਕਹਿਣ ਤੋਂ ਮਤਲਬ ਇਹ ਹੈਗਾ ਸੰਘਰਸ਼ ਮਜ਼ਦੂਰਾਂ ਦਾ, ਜਿਹੜੇ ਲੋਕੀ ਖੇਤਾਂ ਦੇ ਵਿੱਚ ਕੰਮ ਕਰਕੇ ਸਾਰੀ ਦਿਹਾੜੀ ਤੇ ਉਹਨਾਂ ਨੂੰ ਮਿਹਨਤ ਨਹੀਂ ਮਿਲਦੀ, ਉਹਨਾਂ ਦੇ ਹੱਕਾਂ ਦੀ ਗੱਲ ਹੈ। ਤੇ ਸਾਨੂੰ ਬਾਹਰ ਬੈਠਿਆਂ ਨੂੰ ਗੱਲਾਂ ਆਉਂਦੀਆਂ ਵੀ ਇਹ ਤਾਂ ਕਾਮਰੇਡ ਆ ਜੀ। ਮੈਂ ਕਹਿੰਦਾ ਕਾਮਰੇਡ ਹੀ ਚੰਗੇ ਸਾਡੇ ਲਈ ਆ। ਹੁਣ ਤੁਸੀਂ ਦੱਸੋ, ਭੱਠਾ ਮਜ਼ਦੂਰ, ਰੋੜੀ ਕੁੱਟਣ ਵਾਲੇ, ਕੋਲੇ ਕੁੱਟਣ ਵਾਲੇ, ਦੱਸੋ ਧਾਰਮਿਕ ਜਥੇਬੰਦੀ ਉਹਨਾਂ ਦੇ ਰੇਟ ਕਦੋਂ ਫਿਕਸ ਕਰਦੀਆਂ? ਜਿੰਨੀਆਂ ਯੂਨੀਅਨ ਭੱਠਾ ਮਜ਼ਦੂਰਾਂ ਦੇ ਰੇਟ, ਉਹਨਾਂ ਦੇ ਲਈ ਕਾਮਰੇਡ ਜਾ ਕੇ ਧਰਨੇ ਲਾਉਂਦੇ ਆ, ਕਾਮਰੇਡ ਜਾ ਕੇ ਉਹਨਾਂ ਦੇ ਰੇਟ ਪਾਉਂਦੇ ਆ, ਰੋਟੀ ਪਾਣੀ ਦਾ ਉਹਨਾਂ ਦਾ ਪ੍ਰਬੰਧ ਕਰਦੇ, ਕਾਮਰੇਡ ਕਰਦੇ। ਇਹ ਗੱਲ ਮੈਂ ਇੱਥੇ ਤੁਹਾਨੂੰ ਮਾੜਾ ਰੋਕਣਾ ਚਾਹਾਂਗਾ, ਇੱਕ ਮਿੰਟ। ਸੱਚਾਈ ਦਿਲਬਾਗ ਸਿੰਘ ਜੀ, ਨਵੇਂ ਸ਼ਹਿਰ ਗਿਆਨ ਸਿੰਘ ਸੰਘਾ ਤਾਂ ਮਾਰ ਦਿੱਤਾ, ਕੁਲਵਿੰਦਰ ਸਿੰਘ ਬੜੈਚ ਬੈਠਾ ਉੱਥੇ, ਉਹਨੂੰ ਪੁੱਛ ਲਿਓ ਵੀ ਪੰਜਾਬ ਦੇ ਭੱਠਾ ਮਜ਼ਦੂਰਾਂ ਦੇ ਰੇਟ ਕਿੱਦਾਂ ਵੱਜੇ ਗਏ ਸੀ। ਜਿਨ੍ਹਾਂ ਨੂੰ 50-60 ਰੁਪਏ ਮਿਲਦੇ ਹੁੰਦੇ ਸੀ ਨਾ 1000 ਦੇ, ਉਹਨਾਂ ਨੂੰ 700 ਰੁਪਏ 1000 ਦਾ ਮਿਲਣ ਲੱਗਾ। ਮਜ਼ਦੂਰ ਖੁੱਲ ਕੇ ਰੋਟੀ ਖਾਂਦੇ ਆ। ਤੇ ਧਾਰਮਿਕ ਬੰਦੇ ਕਿਉਂ ਨਹੀਂ ਕੰਮ ਕਰਦੇ? ਮੈਂ ਇੱਥੇ ਦੇ ਪੁੱਤ ਆ, ਕਾਮਰੇਡ ਵੀ ਕਿਸਾਨਾਂ ਦੇ ਪੁੱਤ ਹੈ, ਉਹ ਵੀ ਕਿਸਾਨਾਂ ਦੇ ਪੁੱਤ ਆ, ਮਜ਼ਦੂਰਾਂ ਦੇ ਪੁੱਤ ਹੈ। ਦਿਲਬਾਗ ਸਿੰਘ ਜੀ ਇੱਥੇ ਰੁਕਿਓ, ਵੜ ਜਾ। ਹਾਂਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਭੱਠਾ ਮਜ਼ਦੂਰ ਜਿਹੜੇ ਉੱਤੇ ਇੱਟਾਂ ਪੱਥਦੇ ਆ, ਰੋੜੀ ਕੁੱਟਦੇ ਆ, ਉਹਨਾਂ ਵਾਸਤੇ ਅੱਜ ਤੱਕ ਜਿਹੜਾ ਰੇਟ ਫਿਕਸ, ਉਹਨਾਂ ਦੀ ਲੇਬਰ ਜਿਹੜੀ ਹੈ, ਉਹ 70 ਸਾਲਾਂ ਦੇ ਵਿੱਚ ਗਵਰਨਮੈਂਟ ਨੂੰ ਦਫਾ ਕਰੋ। ਉਹਨਾਂ ਨੇ ਤਾਂ ਸਾਰਿਆਂ ਨੂੰ ਗੁਲਾਮ ਬਣਾ ਕੇ ਰੱਖਿਆ। ਦੇਖੋ, ਆਪਾਂ ਇਹ ਕਿਸੇ ਤੇ ਬਲੇਮਬਾਜ਼ੀ ਨਹੀਂ ਸੀ ਕਰ ਰਹੇ, ਪਰ ਇਤਿਹਾਸ ਅੱਜ ਪਿਛਲੇ 40, 50, 60 ਸਾਲਾਂ ਦੇ ਵਿੱਚ ਕਿਸੇ ਵੀ ਧਾਰਮਿਕ ਜਥੇਬੰਦੀ ਨੇ, ਕੱਲੀ ਸਿੱਖ ਜਥੇਬੰਦੀ ਨਹੀਂ, ਆਪਾਂ ਹਾਂ ਮਤਲਬ ਚਾਹੇ ਉਹ ਦੂਜੀਆਂ ਜਥੇਬੰਦੀਆਂ ਵੀ ਆ, ਜਾਂ ਹਿੰਦੂਆਂ ਦੀਆਂ ਜਾਂ ਮੁਸਲਮਾਨਾਂ ਦੀਆਂ, ਖੈਰ ਪੰਜਾਬ ਜਿਹੜਾ ਡੋਮੀਨੇਟ ਕਰਦਾ ਸਿੱਖ ਜ਼ਿਆਦਾ, ਸਿੱਖ ਮੈਜੋਰਿਟੀ ਆ, ਕਿਸੇ ਅੱਜ ਤੱਕ ਕਿਸੇ ਸਿੱਖ ਜਥੇਬੰਦੀ ਨੇ ਭੱਠੇ ਤੇ ਕੰਮ ਕਰ ਰਹੇ ਮਜ਼ਦੂਰਾਂ ਜਾਂ ਰੋੜੀ ਕੁੱਟਣ ਵਾਲੇ ਗਰੀਬਾਂ ਦਾ, ਜਾਂ ਗਟਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕਾਂ ਦਾ ਗੂੰ ਚੁੱਕਣ ਵਾਲੇ, ਗੋਹਾ ਚੱਕਣ ਵਾਲੇ, ਨਾਲੀਆਂ ਸਾਫ਼ ਕਰਨ ਵਾਲੇ ਲੋਕਾਂ ਦੀ ਮਿਨੀਮਮ, ਲੋਕਾਂ ਦੀ ਕਦੇ ਇਸ ਚੀਜ਼ ਲਈ ਸੰਘਰਸ਼ ਕੀਤਾ ਹੋਵੇ ਜਾਂ ਇਹਦੇ ਲਈ ਕੋਈ ਮੋਰਚਾ ਲਾਇਆ ਹੋਵੇ ਕਿ ਇਹਨਾਂ ਲੋਕਾਂ ਦਾ ਜੀਵਨ ਪੱਧਰ ਯਾਰ ਉਹ ਉੱਪਰ ਚੱਕਣ ਲਈ ਆਪਾਂ ਇਹਨਾਂ ਦੀ ਘੱਟੋ ਘੱਟ ਜਿਹੜੀ ਆ ਯਾਰ ਉਹ ਦਿਹਾੜੀ ਤੇ ਸੰਘਰਸ਼ ਕਰੀਏ, ਗੌਰਮੈਂਟ ਤੋਂ ਹੀ ਮੰਗ ਕਰੀਏ ਕਿ ਇਹਨਾਂ ਨੂੰ ਠੋਕ ਵਜਾ ਕੇ ਚੰਗੀ ਤਨਖਾਹ ਮਿਲੇ, ਤਾਂ ਕਿ ਇਹਨਾਂ ਦੇ ਬੱਚੇ ਇਸ ਗੰਦੇ ਕੰਮ 'ਚ ਨਾ ਪੈਣ। ਇਸ ਇੱਕ ਜਿਹੜੀ ਸੀਰੀ ਪ੍ਰਥਾ ਵੀ ਉਹਨੂੰ ਤੋੜਿਆ ਜਾਵੇ, ਸੀਰੀ ਪ੍ਰਥਾ ਤੋਂ ਬਾਹਰ ਕੱਢਿਆ ਜਾਵੇ, ਜਿਹੜਾ ਇਹਨਾਂ ਦਾ ਕੰਮ ਅੱਜ ਕਰ ਲੈਣ। ਮਤਲਬ ਅੱਜ ਤੱਕ ਕਿਸੇ ਧਾਰਮਿਕ ਜਥੇਬੰਦੀ ਨੇ ਕੋਈ ਯੋਗਦਾਨ, ਹਾਂ ਇਹਨੇ ਯੋਗਦਾਨ ਪਤਾ ਕਿੱਧਰ ਪਾਇਆ, ਇਹਨੇ ਯੋਗਦਾਨ ਪਤਾ ਕਿੱਥੇ ਪਾਇਆ? ਉਹਨਾਂ ਨੂੰ ਪੜ੍ਹਾਉਣ ਲਿਖਾਉਣ ਦੀ ਬਜਾਏ ਸੀਰੀਆਂ ਨੂੰ ਜਾਂ ਨੌਕਰਾਂ ਨੂੰ, ਉਹਨਾਂ ਦੀਆਂ ਧੀਆਂ ਭੈਣਾਂ ਦੇ ਤਾਂ ਵਿਆਹ ਕਹਿੰਦੇ ਅਸੀਂ ਕਰ ਦਿਆ ਕਰਾਂਗੇ, ਕੰਮ ਤੁਸੀਂ ਇਹੀ ਕਰੀ ਜਾਓ, ਕੰਮ ਇਹੀ ਕਰੀ ਚਲੋ, ਕੰਮ ਇਹੀ ਕਰੀ ਚਲੋ। ਮਤਲਬ ਦੇਖੋ ਕਿ ਮਦਦ ਕਿਸ ਤਰੀਕੇ ਨਾਲ ਕੀਤੀ ਕਿ ਤੁਹਾਡੀਆਂ ਧੀਆਂ ਦੇ ਵਿਆਹ ਅਸੀਂ ਕਰਾਂਗੇ, ਘਬਰਾਓ ਨਾ ਤੁਸੀਂ। ਇਹਨੇ ਕੀਤੇ ਵੀ ਬਹੁਤ ਸਾਰੇ ਪਾਸੇ ਵਾਲੇ ਬਾਬਿਆਂ ਨੇ ਜਾਂ ਹੋਰ ਜਿੰਨੇ ਵੀ ਹੈਗੇ ਆ, ਪਰ ਬੱਚਿਆਂ ਨੂੰ ਪੜ੍ਹਾਉਣ ਲਈ ਜਾਂ ਉਹਨਾਂ ਨੂੰ ਬਿਜ਼ਨਸ ਖੋਲ ਕੇ ਛੋਟੇ ਮੋਟੇ ਕਿਸੇ ਨੇ ਨਹੀਂ ਦਿੱਤੇ, ਤਾਂ ਕਿ ਉਹ ਸੀਰੀ ਪ੍ਰਥਾ ਨੂੰ ਤੋੜ ਕੇ ਇੱਕ ਬਰਾਬਰ ਦਾ ਆਪਾਂ ਸਮਾਜ ਸਿਰਜ ਸਕੀਏ ਇਕਨੋਮਿਕ ਤੌਰ ਤੇ। ਉਹਦੇ ਲਈ ਸਭ ਤੋਂ ਵੱਧ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹ ਛੋਟੀ ਛੋਟੀਆਂ ਜਥੇਬੰਦੀਆਂ ਪੰਜਾਬ ਦੀਆਂ, ਉਹਨਾਂ ਦੀ ਕੋਈ ਵੈਲਿਊ, ਮਤਲਬ ਉਹ ਹੁਣ ਉੱਭਰ ਕੇ ਬਾਹਰ ਆਈਆਂ, ਪਰ ਉਹ ਪਹਿਲਾਂ ਛੋਟੇ ਮੋਟੇ ਆਪੋ ਆਪਣੇ ਇਲਾਕੇ ਦੇ ਵਿੱਚ
ਆਪੋ ਆਪਣੇ ਏਰੀਏ ਦੇ ਵਿੱਚ ਜਿੱਦਾਂ ਉਹ ਕਚਹਿਰੀਆਂ 'ਚ ਕਰਪਸ਼ਨ ਦੇ ਵਿਰੁੱਧ ਵੀ ਜਾ ਕੇ ਰੌਲਾ ਗੋਲਾ ਪਾਉਂਦੇ ਰਹੇ ਆ। ਮਜ਼ਦੂਰਾਂ ਦੇ ਲਈ ਵੀ ਸਭ ਤੋਂ ਵੱਧ ਗੱਲ ਜਿਹੜੀ ਮਜ਼ਦੂਰਾਂ ਲਈ, ਗੁਲਾਮ ਲੋਕਾਂ ਲਈ ਜਾਂ ਸੀਰੀਆਂ ਲਈ, ਉਹ ਕਾਮਰੇਡ ਜਥੇਬੰਦੀਆਂ ਨੇ ਹੀ ਕੀਤੀ ਆ ਹੁਣ ਤੱਕ। ਗਰੀਬ ਕਿਸਾਨ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਜਾਂ ਮਜ਼ਦੂਰ ਆ ਇਕੱਠੇ ਹੋਏਗਾ, ਗਰੀਬ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਜੇ ਕਿਸੇ ਦਾ ਵਾਧੀ ਕਰਦੇ ਆ ਉੱਥੇ ਵੀ ਜਾਂਦੇ ਆ। ਔਰ ਦੂਜੀ ਗੱਲ ਹੈਗੀ ਆ, ਜੇ ਕਿਤੇ ਮਜ਼ਦੂਰਾਂ ਦੇ ਰੇਟ ਘੱਟ ਉੱਥੇ ਰੇਟ ਲੈ ਕੇ ਦਿੰਦੇ ਆ। ਜਾਣੀ ਕਿ ਉਹਨਾਂ ਨੇ ਪੂਰੀ ਟੇਕ ਕੇਅਰ ਕੀਤੀ ਆ, ਉਹਨਾਂ ਨੇ ਆਪਣਾ, ਉਹਨਾਂ ਦਾ ਮਿਸ਼ਨ ਆ ਇਹ। ਅੱਜ ਉਹ ਪੰਜਾਬ ਦੇ ਵਿੱਚੋਂ ਉਹ 40 ਜਥੇਬੰਦੀਆਂ 32 ਜਥੇਬੰਦੀਆਂ ਲੋਕਾਂ ਨੂੰ ਇਕੱਠੇ ਕਰਕੇ ਦਿੱਲੀ ਲੈ ਗਈਆਂ। ਹੁਣ ਇਹਨਾਂ ਦਾ ਦੁਆ ਨਹੀਂ ਹੁੰਦਾ, ਧਾਰਮਿਕ ਜਿਹੜੇ ਆ ਇਹ ਪਿੱਛੇ ਰਹਿ ਗਏ। ਨਾ ਤਾਂ ਇਹਨੀ ਪਿੰਡਾਂ ਚੋਂ ਜਾਤ ਖਤਮ ਕੀਤੇ, ਨਾ ਸਿਵੇ ਇੱਕ ਕੀਤੇ, ਨਾ ਗੁਰਦੁਆਰੇ ਇਲੈਕਟ ਕੀਤੇ। ਇਹਨਾਂ ਨੇ ਲੋਕਾਂ ਨੂੰ ਜੋ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਦਿੱਤਾ ਨਹੀਂ, ਨਾ ਆਪ ਚੱਲੇ। ਤੇ ਜਿਹੜੇ ਕਾਮਰੇਡ ਸੀ ਉਹ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਉਹ ਉੱਪਰ ਤੱਕ ਪਹੁੰਚ ਗਏ। ਮੈਨੂੰ ਨਹੀਂ ਪਤਾ ਉਹ ਸਾਰੇ ਕਾਮਰੇਡ ਆ, ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗੇ ਜਾਂ ਨਹੀਂ, ਪਰ ਜੇ ਕਾਮਰੇਡ ਵੀ ਹੁਣ ਮੈਂ ਉਹਨਾਂ ਨੂੰ ਸਲੂਟ ਕਰਦਾ, ਕਿਉਂਕਿ ਉਹ ਲੋਕਾਂ ਦੇ ਇਹਦੇ 'ਚ ਕੋਈ ਡਾਊਟ ਹੈ ਹੀ ਨਹੀਂ ਕਿ ਪਿੰਡਾਂ ਦੇ ਵਿੱਚ ਜਿਹੜੀ ਲੜਾਈ ਆ ਮਜ਼ਦੂਰ ਲਈ, ਉਹ ਲੜੀ ਉਹਨਾਂ ਨੇ ਆ। ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਪਰਸਨਲ ਆ ਬੰਦੇ ਦਾ, ਇਹ ਪਰਸਨਲ ਆ। ਬਿਲਕੁਲ। ਪਰ ਜੇ ਬੰਦਾ ਰੱਬ ਨੂੰ ਨਹੀਂ ਮੰਨਦਾ ਪਰ ਲੋਕਾਂ ਦੀ ਕੇਅਰ ਕਰਦਾ, ਤੇ ਦੂਜੇ ਪਾਸੇ ਰੱਬ ਨੂੰ ਮੰਨਦਾ ਪਰ ਲੋਕਾਂ ਦੀ ਕੇਅਰ ਨਹੀਂ ਕਰਦਾ, ਤੇ ਰੱਬ ਨੂੰ ਮੰਨਣਾ ਤੋਂ ਲੈਣਾ ਕੀ ਅਸੀਂ? ਬਿਲਕੁਲ। ਉਸ ਹੁਣ ਬ੍ਰਾਹਮਣ ਵੀ ਕਹਿੰਦਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਹਿੰਦੂ ਰਾਸ਼ਟਰ ਬਣਾਉਣਾ, ਉਹ ਰੱਬ ਨੂੰ ਮੰਨਦਾ, ਉਹ ਸਭ ਕੁਝ ਵੱਧ ਮੰਨਦਾ, ਬਲਾਤਕਾਰ ਕਰਦਾ, ਹਨਾ। ਸਾਰੇ ਭਾਰਤ ਵਿੱਚ ਹੁਣ ਜਿਉਣਾ ਹਰਾਮ ਕੀਤਾ ਹੈ, ਉਹਨਾਂ ਤੋਂ ਲੈਣਾ ਕੀ ਹੈ? ਬਿਲਕੁਲ। ਜੇ ਕੋਈ ਕਿਰਪਾਨ ਪਾ ਕੇ, ਕੇਸ ਦਾੜੀ ਪਾ ਕੇ ਤੇ ਉਹ ਦੁਆ ਹੀ ਕਰਦਾ, ਜਾਤ ਪਾਤ ਤੇ ਫਲਾਉਂਦਾ। ਹੁਣ ਬਾਦਲ ਆ, ਬਾਦਲ ਵੀ ਕਹਿੰਦਾ ਅੰਮ੍ਰਿਤ ਛਕਿਆ, ਸੁਖਬੀਰ ਸਿੰਘ ਵੀ ਕਹਿੰਦਾ ਮੈਂ ਅੰਮ੍ਰਿਤ ਛਕਿਆ, KPS ਵੀ ਕੇਸ ਦਾੜੀ ਰੱਖੀ ਬੈਠਾ ਸੀ, ਤੇ ਮਾਰੇ ਮੁੰਡੇ ਆ ਸਾਰਿਆਂ ਨੇ। ਕਤਲੇਆਮ ਕੀਤਾ ਇਹਨਾਂ ਲੋਕਾਂ ਨੇ, ਤੇ ਕਿੰਨੀ ਗਿਣਤੀ ਹੈ ਜਿਨ੍ਹਾਂ ਨੇ ਕਤਲੇਆਮ ਕੀਤਾ, ਇਹਨਾਂ ਤੋਂ ਲੈਣਾ ਕੀ ਹੈ? ਮੇਰੇ ਵੀਰੋ, ਜੋ ਕੰਮ ਹੋ ਰਿਹਾ ਦਿੱਲੀ ਦੇ ਵਿੱਚ, ਉਹ ਕਿਸਾਨ ਮਜ਼ਦੂਰਾਂ ਲਈ ਹੋ ਰਿਹਾ। ਬੇਸ਼ੱਕ ਉਹ ਕਈ ਗੱਲਾਂ ਤੇ ਸਾਡੇ ਪੂਰੇ ਨਹੀਂ ਉਤਰਦੇ, ਉਹਨਾਂ ਨੂੰ ਅਸੀਂ ਕਈ ਵਾਰੀ ਕਿਹਾ EVM ਮਸਲਾ ਲੈ ਆਓ, ਮਜ਼ਦੂਰਾਂ ਦੀ ਮੰਗਾਂ ਐਡ ਕਰ ਲਓ, 12 ਘੰਟੇ ਕਰਤੇ ਉਹਦੇ 8 ਘੰਟੇ ਕਰਾਓ। ਉਹਨਾਂ ਤੇ ਸਾਨੂੰ ਨਾਰਾਜ਼ਗੀ ਆ ਉਹਨਾਂ ਲਈ, ਕਿ ਉਹ ਮਜ਼ਦੂਰਾਂ ਦੀ ਗੱਲ ਨਹੀਂ ਚੱਕਦੇ। ਉਹ ਇਕੱਲੇ ਤਿੰਨਾਂ ਤੇ ਬੈਠੇ ਆ, ਜੇ ਲੜਾਈ ਵਧਾਉਣੀ ਆ ਉਹ ਵਧਾ ਸਕਦੇ ਆ, ਪਰ ਉਹ ਵਧਾਉਂਦੇ ਨਹੀਂ। ਇਸ ਗੱਲ ਲਈ ਸਾਨੂੰ, ਸਾਡੀ ਨਾਰਾਜ਼ਗੀ ਵੀ ਉਹਨਾਂ ਨਾਲ। ਪਰ ਜਦੋਂ ਉਹ ਜਦੋਂ ਖੜੇ ਆ ਵੀ ਆਹ ਇੱਥੇ ਖੜੇ ਆ ਵੀ ਅਸੀਂ ਪਿੱਛੇ ਨਹੀਂ ਹਟਦੇ, ਤੇ ਫਿਰ ਉਹਨਾਂ ਦੀ ਆਲੋਚਨਾ ਕਿਉਂ? ਜੇ ਹੁਣ ਰਾਸਤਾ ਉਹਨਾਂ ਨੇ ਆਪ ਚੁਣ ਲਿਆ, ਹਨਾ, ਰਾਸਤਾ ਆਪ ਚੁਣ ਲਿਆ ਵੀ ਆਹ ਚੱਕ ਕੇ ਆਹ ਕੰਮ ਕਰਨਾ, ਹਨਾ, ਉਹਦੇ ਵਿੱਚ ਉਹਨਾਂ ਨੇ ਤਾਂ ਕਿਹਾ ਨਹੀਂ ਵੀ ਇਹ ਤੁਸੀਂ ਇਹ ਕੰਮ ਕਰਨਾ। ਉਹ ਤਾਂ ਪ੍ਰੋਗਰਾਮ ਮੋਰਚੇ ਦਾ ਹੀ ਨਹੀਂ। ਹੁਣ 40 ਬੰਦਿਆਂ ਦਾ ਪ੍ਰੋਗਰਾਮ ਆ, 40 ਬੰਦਿਆਂ ਦੇ ਪ੍ਰੋਗਰਾਮ ਤੇ ਫੁੱਲ ਚੜਾਓ। ਜੇ ਉਹਨਾਂ ਤੇ ਬੰਦਾ ਬਾਹਰੋਂ ਆ ਕੇ ਕੋਈ ਕਹਿੰਦਾ ਆਹ ਪ੍ਰੋਗਰਾਮ ਉਹ ਨਹੀਂ ਐਕਸੈਪਟ ਕਰਦੇ, ਉਹਨਾਂ ਨੂੰ ਉੱਥੇ ਦੇ ਲੋਕ ਨਹੀਂ ਐਕਸੈਪਟ ਕਰਦੇ। ਕਰੀ ਚਲੋ ਲੋਕ, ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਆ ਕਿ ਅਸੀਂ ਸਾਡੀ ਜਿਹੜੀਆਂ 40 ਜਿਹੜੀਆਂ 100 ਜਥੇਬੰਦੀ ਹੈਗੀ, ਉਹ ਸਾਡੀ ਆਪਸ ਵਿੱਚ ਵਿਚਾਰਧਾਰਕ ਮਤਭੇਦ ਹਨ, ਪਰ ਅਸੀਂ ਮਿਨੀਮਮ ਪ੍ਰੋਗਰਾਮ ਦੇ ਉੱਪਰ ਸਾਰਿਆਂ ਦੀ ਸਾਡੀ ਸਹਿਮਤੀ ਆ ਕਿ 3 ਕਾਨੂੰਨ ਰੱਦ ਤੇ MSP ਕਾਨੂੰਨ ਸਾਡੇ ਦੇਸ਼ 'ਚ ਕਾਨੂੰਨ ਬਣਵਾ ਕੇ ਲਾਗੂ ਕਰੀਏ। ਉਹਦਾ ਆਪ ਇਹ ਗੱਲ ਕਹਿ ਰਹੇ ਆ। ਇੱਥੇ ਸਪੋਰਟ ਦੇਣੀ ਚਾਹੀਦੀ ਸਾਨੂੰ, ਕਿਉਂਕਿ ਇਹ ਸਾਡੀ ਹੱਕਾਂ ਦੀ ਗੱਲ ਆ। ਸਾਡੀਆਂ ਜ਼ਮੀਨਾਂ ਬਚਦੀਆਂ, ਹਨਾ, ਸਾਡੀ MSP ਸਾਰੀਆਂ ਚੀਜ਼ਾਂ ਤੇ ਮਿਲਦੀ ਆ। ਸਾਨੂੰ ਇਸੇ ਚੀਜ਼ ਤੇ ਫੋਕਸ ਕਰਨਾ ਚਾਹੀਦਾ, ਨਾ ਕਿਸੇ ਬੰਦਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ, ਨਾ ਤੇ ਕਾਮਰੇਡ ਤੇ ਸਿੱਖ ਦਾ ਮਸਲਾ ਬਣਾਉਣਾ ਚਾਹੀਦਾ। ਗਵਰਨਮੈਂਟ ਤਾਂ ਚਾਹੁੰਦੀ ਹੈ ਕਾਮਰੇਡ ਦਾ ਸਿੱਖ ਦਾ ਮਸਲਾ, ਜਾਂ ਪਹਿਲਾਂ ਕਹਿੰਦੇ ਸੀ ਇਹ ਤਾਂ ਖਾਲਿਸਤਾਨੀਆਂ ਕਿਸਾਨਾਂ ਦੇ ਪਿੱਛੇ, ਇਹ ਤਾਂ ਐ ਆ ਜਿਉਂ ਆ, ਉਹ ਤਾਂ ਗਵਰਨਮੈਂਟ ਦੇ ਕੰਮ ਚਾਹੁੰਦੀ ਆ ਤੁਹਾਡੇ 'ਚ ਡਿਵੀਜ਼ਨ ਪਾਉਣੀ। ਜੇ ਆਪਾਂ ਵੀ ਕੰਮ ਉਹੀ ਕਰਦੇ ਆ ਤੇ ਫਿਰ ਆਪਾਂ ਤਾਂ ਸਰਕਾਰ ਦਾ ਕੰਮ ਕਰ ਰਹੇ ਹਾਂ। ਫਿਰ ਫਰਕ ਇਹ 'ਚ ਕੀ ਰਿਹਾ? ਜਾਨੀ ਕਿ ਫੇਰ ਤਾਂ ਅਸੀਂ ਸਰਕਾਰ ਦਾ ਕੰਮ ਕਰ ਰਹੇ ਹਾਂ। ਮੀਡੀਆ ਨੇ ਸ਼ਰੇਆਮ ਕਿਹਾ ਵੀ ਇਹ ਕਿਸਾਨ ਅੰਦੋਲਨ ਦੇ ਵਿੱਚ ਖਾਲਿਸਤਾਨੀ ਅੱਤਵਾਦੀ ਆ, ਰਾਈਟ? ਜੇ ਹੁਣ ਅਸੀਂ ਪ੍ਰੂਵ ਵੀ ਕਰ ਦਈਏ, ਹਨਾ, ਵੀ ਅਸੀਂ ਤਾਂ ਹੈਗੇ ਆ ਜੀ, ਉਹ ਡੰਡੇ ਤਾਂ ਸਾਡੇ ਪਹਿਲੇ ਪੈਣ ਲੱਗ ਪਣੇ। ਔਰ ਦੂਜਿਆਂ ਜਿਹੜੇ ਕਿਸਾਨ ਸਟੇਟਾਂ ਦੇ ਜਥੇਬੰਦੀ, ਉਹ ਸਾਡੇ ਨਾਲ ਲੜਨਾ ਨਹੀਂ, ਕਿਉਂਕਿ ਗਵਰਨਮੈਂਟ ਨੇ ਸਾਨੂੰ ਅੱਤਵਾਦੀ ਬਦਨਾਮ ਕੀਤਾ ਹੈ, ਅੱਤਵਾਦੀ ਕਹਿ ਕੇ ਸਿੱਖਾਂ ਨੂੰ। ਹੁਣ ਉਹ ਗੱਲ ਆ ਵੀ ਉਹ ਭਰਾ ਸਾਰੇ ਸਾਡੇ ਨਾਲ ਇਕੱਠੇ ਹੋ ਗਏ, ਹਨਾ। ਹੁਣ ਅਸੀਂ ਉਹ ਮੁੱਦੇ ਤੇ ਰਹੀਏ, ਅਸੀਂ ਧਾਰਮਿਕ ਮਸਲਾ ਕਿਉਂ ਬਣਾਈਏ? ਜੇ ਜਾਤ ਦਾ ਮਸਲਾ ਬਣਾਈਏ ਤਾਂ ਵੀ ਸਾਡੇ ਨਾਲ ਅਸੀਂ ਛੋਟੇ ਰਹਿ ਜਾਂਦੇ ਆ, ਧਰਮ ਦਾ ਮਸਲਾ ਬਣਾਈਏ ਤਾਂ ਵੀ ਛੋਟੇ ਰਹਿ ਜਾਂਦੇ ਆ, ਕਿਉਂਕਿ ਇਹ ਤਾਂ ਕਹਿਣਾ ਸਿੱਖਾਂ ਦੀ ਗੱਲ ਆ। ਬਿਲਕੁਲ। ਇਸ ਕਰਕੇ ਮੇਰੇ ਵੀਰੋ, ਇਹ ਹੱਕਾਂ ਦੀ ਗੱਲ ਕਰੋ, ਇਹ ਟੋਟਲੀ ਇਹਨਾਂ ਮੰਗਾਂ ਤੇ ਫੋਕਸ ਰੱਖੋ। EVM ਐਡ ਕਰ ਲਓ, EVM ਐਡ ਕਰ ਲਓ, ਮੰਡਲ ਕਮਿਸ਼ਨ ਐਡ ਕਰ ਲਓ, ਜਿਹੜੇ ਸੰਵਿਧਾਨ 'ਚ ਤੁਹਾਨੂੰ ਹੱਕ ਆਲਰੇਡੀ ਮਿਲੇ ਆ, ਉਹਨਾਂ ਦੀ ਗੱਲ ਕਰ ਲਓ। ਉਹ ਗੱਲ ਨਹੀਂ ਕਰਦੇ, ਆਲੋਚਨਾ ਕਰੀ ਜਾਂਦੇ ਆ ਫਲਾਨਾ ਕਾਮਰੇਡ, ਧਮਕਾ ਕਾਮਰੇਡ, ਜੇ ਕਾਮਰੇਡ। ਹੁਣ
ਤੁਸੀਂ ਦੱਸੋ ਵੀ ਚਲੋ ਮੰਨ ਲੈਂਦੇ ਸਾਰੇ ਕਾਮਰੇਡ ਆ, ਵੀ ਰੱਬ ਨੂੰ ਮੰਨਣ ਵਾਲੇ ਕੰਮ ਕਿਉਂ ਨਹੀਂ ਕੀਤੇ ਬਈ? ਲੋਕੀ ਤਾਂ ਤੰਗ, ਲੋਕੀ ਤਾਂ ਖੁਦਕੁਸ਼ੀਆਂ ਕਰਦੇ ਆ, ਕਰਜ਼ੇ ਚੜੇ ਹੋ, ਕਰਜ਼ੇ ਮਾਫ ਕਰਾਉਣ ਦੀ ਗੱਲ ਇਹ ਕਿਉਂ ਨਹੀਂ ਕੀਤੀ ਬਾਦਲ ਨੇ? ਉਹ ਤਾਂ ਰੱਬ ਨੂੰ ਮੰਨਣ ਵਾਲਾ। ਬਿਲਕੁਲ ਬਿਲਕੁਲ। ਦੇਖੋ ਲੋਕਾਂ ਦੇ ਕੰਮ ਕਿਹੜੇ ਹੋ ਰਹੇ, ਮੈਨੂੰ ਨਹੀਂ ਪਤਾ। ਨਹੀਂ ਉਹੀ ਤਾਂ ਗੱਲ ਨਾ ਬਈ, ਜਿਹੜੀਆਂ ਧਾਰਮਿਕ ਜਥੇਬੰਦੀਆਂ ਆ ਉਹ, ਜੇ ਉਹ ਮਤਲਬ ਇਸ ਚੀਜ਼ ਦੇ ਉੱਪਰ ਇਸ ਵੇਲੇ ਬਾਰ-ਬਾਰ ਉਹਨਾਂ ਨੂੰ ਕਮੈਂਟ, ਉਹਨਾਂ ਤੇ ਦੂਸ਼ਣਬਾਜ਼ੀ ਕਰ ਰਹੇ ਆ ਕਿ ਇਹ ਦੇਖਿਓ ਇਹਨਾਂ ਦੇ ਪੈਰ ਥੜਕ ਜਾਣੇ, ਇਹਨਾਂ ਦੀਆਂ ਲੱਤਾਂ ਕਮਜ਼ੋਰ ਆ, ਇਹਨੇ ਲੱਤਾਂ ਭਾਰ ਨਹੀਂ ਝੱਲਦੀਆਂ, ਇਹਨੀ ਸੰਘਰਸ਼ ਦੇ ਲੜ ਕੇ, ਹਾਂ ਇਹਨੀ ਵਿਚਾਲੇ ਛੱਡ ਦੇਣਾ ਆ, ਇਹਨਾਂ ਨੇ ਭੱਜ ਜਾਣਾ ਆ। ਵੀ ਯਾਰੋ ਵੀ ਤੁਸੀਂ ਪਹਿਲਾਂ ਸ਼ੁਰੂਆਤ ਕਿਉਂ ਨਹੀਂ ਕੀਤੀ? ਇੱਕ ਸਵਾਲ ਖੜਦਾ ਇੱਥੇ, ਤੁਸੀਂ ਕਿਉਂ ਨਹੀਂ ਲੋਕਾਂ ਨੂੰ, ਤੁਸੀਂ ਕਿਉਂ ਨਹੀਂ ਕੈਟਰਾਈਜ਼ ਕੀਤਾ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਛੋਟੀਆਂ ਜਾਤਾਂ ਕਹਿੰਦੇ ਆਪਾਂ, ਹਨਾ, ਉਹਨਾਂ ਦੇ ਬਲਾਤ ਦੂਏ ਹੁੰਦੇ ਆ, ਉਹਨਾਂ ਨਾਲ ਵਾਧੀ ਹੁੰਦੀ ਆ, ਬਾਈਕਾਟ ਹੁੰਦੇ। ਕਿੱਥੇ ਧਾਰਮਿਕ ਜਥੇਬੰਦੀਆਂ ਖੜਦੀਆਂ ਬਈ? ਕਿੱਥੇ ਪੰਜਾਬ ਚ ਜਾਤ ਪਾਤ ਖਤਮ ਕਰਦੇ? ਕਿੱਥੇ ਊਚ ਨੀਚ ਖਤਮ ਹੋ ਗਈ ਆ? ਕਿੱਥੇ ਸੇਵੇ ਗੁਰਦੁਆਰੇ ਇਕੱਠੇ ਕਰ ਲਿਆ? ਉਹ ਜਾਤ ਪਾਤ ਪੂਰੀ ਆ, ਊਚ ਨੀਚ ਪੂਰੀ ਆ, ਗੁਰੂ ਦੇ ਸਿਧਾਂਤ ਨਾਲ ਖਲਵਾੜ ਕਰਦੇ ਆ। ਹੁਣ ਜੇ ਕੋਈ ਹੋਰ ਚੰਗਾ ਕੰਮ ਕਰਨ ਲੱਗਾ ਉਹਦੀ ਲੱਤਾਂ ਖਿੱਚਦੇ ਆ। ਬਸ ਇਹੀ ਆ, ਇਹੀ ਪ੍ਰੋਗਰਾਮ ਹੈ ਇਹਨਾਂ ਦਾ, ਇਹੀ ਰਹਿ ਗਿਆ ਇਹਨਾਂ ਦਾ ਪ੍ਰੋਗਰਾਮ। ਫਿਰ ਗੱਲ ਜਦੋਂ ਕਿ ਜਦੋਂ ਕਿ ਇਹ ਇੱਕ ਐਡਾ ਵਧੀਆ ਅੰਦੋਲਨ ਚੱਲ ਰਿਹਾ ਸੀਗਾ, ਉੱਥੇ ਬੇਗਮਪੁਰਾ ਖਾਲਸਾ ਰਾਜ ਪੂਰੀ ਤਰ੍ਹਾਂ ਬਣ ਗਿਆ ਸੀਗਾ। ਜਿੰਨੇ ਵੀ ਧਾਰਮਿਕ ਜਥੇਬੰਦੀਆਂ ਸੀਗੇ, ਜਾਂ ਬਾਬੇ ਕਹਿ ਲਓ, ਜਾਂ ਕਾਰ ਸੇਵਾ ਵਾਲੇ, ਉਹ ਜਾਂ ਜਿੰਨੀਆਂ ਵੀ ਨਿਹੰਗ ਜਥੇਬੰਦੀਆਂ, ਦੇਖੋ ਉਹਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਉਹਨੂੰ ਉੱਥੇ ਜਾ ਕੇ ਲੰਗਰ ਵੀ ਲਾਏ ਆ ਸਾਰਿਆਂ ਨੇ, ਉੱਥੇ ਪੂਰੀ ਸ਼ਾਨੋ ਸ਼ੌਕਤ ਵੀ ਉਹ ਬਣਾਈ ਆ ਉਹ ਸਾਰੇ ਅੰਦੋਲਨ ਦੀ, ਔਰ ਲੋਕ ਵੀ ਸਾਰੇ ਖੁਸ਼ ਹੋਏ ਆ। ਬਾਹਰੋਂ ਲੋਕ ਦੇਖਣ ਆਉਂਦੇ ਸੀ ਆਪਣੇ ਬੱਚਿਆਂ ਨੂੰ ਲੈ ਕੇ, ਵੀ ਅੰਦੋਲਨ ਕਿੰਨਾ ਵਧੀਆ ਚੱਲ ਰਿਹਾ, ਕਿੰਨਾ ਇਹਦੇ ਵਿੱਚ ਮਾਹੌਲ ਵਧੀਆ, ਕਿੰਨੀ ਭਾਈਚਾਰਕ ਸਾਂਝ, ਸਾਰੇ ਬੈਠ ਕੇ ਲੰਗਰ ਵੀ ਛਕਦੇ ਨੇ, ਉੱਥੋਂ ਦੇ ਲੋਕਾਂ ਦੇ ਵੀ ਲੰਗਰ ਛਕਦੇ ਰਹੇ ਆ ਨਾ। ਇਹ ਕਿੰਨੀ ਵਧੀਆ ਰੂਪ ਰੇਖਾ, ਇੱਕ ਇੰਨਾ ਵਧੀਆ ਨਕਸ਼ਾ ਉਹਦਾ ਬਣ ਚੁੱਕਿਆ ਸੀਗਾ ਕਿ ਸਾਰੀ ਦੁਨੀਆ ਉਸ ਚੀਜ਼ ਨੂੰ ਪਸੰਦ ਕਰਦੀ ਸੀਗੀ। ਠੀਕ ਨਹੀਂ? ਚਲੋ ਜੋ ਹੋਇਆ ਵੱਖਰੀ ਗੱਲ ਹੈ। 26 ਜਨਵਰੀ ਨੂੰ ਜੋ ਹੋ ਗਿਆ, ਸਰਕਾਰ ਨੇ ਟਰੈਪ ਸਿੱਟਿਆ ਸੀਗਾ, ਉਹਨੇ ਉਲਝਾ ਲਿਆ ਉਹਦੇ ਵਿੱਚ, ਹਨਾ। ਉਹਦੇ ਚ ਕੱਲਾ ਨੌਜਵਾਨਾਂ ਦਾ ਵੀ ਨਹੀਂ ਕਸੂਰ, ਉਹ ਚ ਚਲੋ ਜਿਹੜੇ ਜਥੇਬੰਦੀਆਂ ਵੀ ਸੀਗੀਆਂ, ਇਹ ਵੀ ਵਿਚਾਰੇ ਪਿੰਡਾਂ ਚੋਂ ਉੱਠ ਕੇ ਛੋਟੇ ਛੋਟੇ ਦਾਇਰੇ ਚੋਂ ਗਏ ਸੀਗੇ। ਉਹ ਦੁਸ਼ਮਣ ਬੜਾ ਸ਼ਾਤਰ ਆ, ਉਹਦੇ ਟਰੈਪ ਦੇ ਵਿੱਚ ਉਹ ਵੀ ਆ ਗਏ, ਜਿਹੜੇ ਰਾਊਟ ਬਦਲ ਦਿੱਤੇ, ਜਿੱਧਰ ਜਾਣਾ ਸੀ ਉਧਰ ਮਤਲਬ ਰੋਕਾਂ ਲਗਾ ਦਿੱਤੀਆਂ, ਉਹ ਦੂਜੇ ਪਾਸੇ ਨੂੰ ਉਲਝਾ ਦਿੱਤਾ। ਹੁਣ ਪਿੰਡਾਂ ਚੋਂ ਲੋਕ ਗਏ ਆ, ਬੰਦਾ ਤਾਂ ਮਤਲਬ ਜਿਹੜਾ ਸ਼ਹਿਰ 'ਚ ਜਾ ਕੇ ਆਪਾਂ ਲਾਗਲੇ ਸ਼ਹਿਰਾਂ 'ਚ ਬੰਦਾ ਗਵਾਚ ਜਾਂਦਾ ਹੈ ਨਾ। ਉਹ ਹੁਣ ਐਡਾ ਵੱਡਾ ਸ਼ਹਿਰ ਆ ਜਿੱਥੇ ਪਹਿਲੀ ਵਾਰ ਲੋਕ ਗਏ ਟਰੈਕਟਰ ਲੈ ਕੇ, ਗਵਾਚ ਗਿਆ। ਖੈਰ ਉਹਨਾਂ ਨੇ ਕੁੱਟੇ ਆ, ਮਾਰੇ ਆ, 5-4 ਹਜ਼ਾਰ ਬੰਦੇ, ਲੱਤਾਂ ਬਾਹਾਂ ਵੀ ਉਹਨਾਂ ਨੇ ਤੋੜ ਦਿੱਤੀਆਂ। ਯਾਨੀ ਕਿ ਉਸ ਟਰੈਪ ਦੇ ਵਿੱਚ ਦੁਸ਼ਮਣ ਨੇ ਫਸਾ ਲਿਆ, ਹਨਾ। ਚਲੋ ਫੇਰ ਵੀ ਮੁਕਾਬਲਾ ਕਰ ਰਹੇ ਆ, ਪਰ ਦੁੱਖ ਦੀ ਗੱਲ ਇਹ ਆ ਕਿ ਅੱਜ ਸੋਸ਼ਲ ਮੀਡੀਆ ਦੇ ਵਿੱਚ ਉਸ ਅੰਦੋਲਨ ਵੱਲ ਧਿਆਨ ਘੱਟ ਦਿੱਤਾ ਜਾ ਰਿਹਾ। ਉਹਦੇ ਜਿਹੜੇ ਵਿੱਚ ਲੀਡਰ ਆ, ਉਹਨਾਂ ਦੇ ਉੱਪਰ ਤਾਨੇ ਮਿਹਣੇ ਮਜ਼ਾਕ ਉਹਨਾਂ ਨੂੰ ਕੀਤਾ ਜਾ ਰਿਹਾ। ਲਓ ਜੀ ਇਹ ਵਿਕਿਓ ਆ, ਇਹਨਾਂ ਦੀ ਲੱਤਾਂ ਕੰਬ ਜਾਣੀਆਂ ਆ, ਇਹ ਕਾਮਰੇਡ ਆ। ਚਾਹੀਦਾ ਇਹ ਵੀ ਜੇ ਉਹ ਫਸਟ ਲੈਵਲ ਦੀ ਲੀਡਰਸ਼ਿਪ ਆ, ਜਿਹੜੇ 40, ਹਨਾ, ਸੈਕੰਡ ਲੈਵਲ ਦੀ ਲੀਡਰਸ਼ਿਪ ਇਹ ਬਣ ਜਾਣ ਵੀ ਅਸੀਂ ਤੁਹਾਨੂੰ ਫਾਲੋ ਕਰਦੇ ਆ, ਅਸੀਂ ਤੁਹਾਨੂੰ ਪਿੱਛੇ ਨਹੀਂ ਮੁੜਨ ਦੇਣਾ। ਹਾਂ, ਆਹ ਸਭ ਤੋਂ ਵਧੀਆ ਗੱਲ ਹੈ। ਬਿਲਕੁਲ, ਵੀ ਅਸੀਂ ਤੁਹਾਨੂੰ ਪਿੱਛੇ ਨਹੀਂ ਮੁੜਨ ਦੇਣਾ, ਤੇ ਤੁਸੀਂ ਪਿੱਛੇ ਨਹੀਂ ਮੁੜਨ ਜਿਹੜੇ ਹੋ ਉਸੇ ਤੇ ਅਸੀਂ ਅੜੇ ਹੋ। ਦੱਸੋ ਕਿੰਨੀਆਂ ਟਰੈਕਟਰ ਟਰਾਲੀਆਂ ਲੈ ਕੇ ਆਈਏ, ਕਿੰਨੇ ਲੋਕੀ ਲੈ ਕੇ ਆਈਏ। ਇਹ ਆਹ ਗੱਲ ਇਹਨਾਂ ਨੂੰ ਚਾਹੀਦੀ ਆ। ਤੇ ਇਹ ਲੱਤਾਂ ਖਿੱਚਣ ਲੱਗੇ ਹੋ, ਤੇ ਇਹ ਕਹਿੰਦੇ ਦੇਖੋ ਭਰਾਵੋ, ਐਨ ਉਹ ਭਰਾਵੋ ਉੱਥੇ ਜਾਓ, ਇਕੱਠੇ ਹੋਵੋ, ਉਹਨਾਂ ਨੂੰ ਕਹੋ ਅਸੀਂ, ਜੇ ਤੁਸੀਂ ਛੱਡ ਗਏ ਅਸੀਂ ਖੜੇ ਆ। ਹਾਂ, ਅਸੀਂ ਖੜੇ ਆ ਜੇ ਤੁਸੀਂ ਛੱਡ ਗਏ। ਜਾਣ ਕੇ ਇਹ ਕਹੀ ਜਾਣਾ ਇਹ ਤਾਂ ਉਹ ਵੀ ਕਿਸਾਨ ਹੀ ਆ, ਉਹ ਵੀ ਕਿਸਾਨ ਹੀ ਆ ਸਾਰੇ। ਤੇ ਦੂਜੀ ਗੱਲ ਹੈਗੀ ਆ, ਠੀਕ ਆ ਕਾਮਰੇਡ ਹੋਊਗੇ ਬਈ, ਉਹ ਉਸ ਫਲਸਫੇ ਨੂੰ ਮੰਨਦੇ ਆ, ਪਰ ਉਹ ਕੰਮ ਤਾਂ ਸਹੀ ਕਰ ਰਿਹਾ, ਉਹਦਾ ਕੰਮ ਕਰ ਰਿਹਾ। ਨਹੀਂ ਇਦਾਂ ਤਾਂ ਹੁਣ ਉਹਦੇ ਵਿੱਚ ਹਿੰਦੂ ਵੀ ਆ ਤੇ ਲੀਡਰ ਮੁਸਲਮਾਨ ਵੀ ਆ, ਉਹ ਚ ਬੋਧੀ ਵੀ ਆ, ਸਾਰੇ ਹੀ ਆ। ਉਹਨਾਂ ਨਾਲ ਤਾਂ ਤੁਹਾਡੀ ਵਿਚਾਰਧਾਰਕ ਜਾਂ ਧਾਰਮਿਕ ਤੌਰ ਤੇ ਤਾਂ ਉਹ ਤੁਹਾਡਾ ਕਿਹੜਾ ਇੱਕੋ ਕਨਸੈਪਟ ਆ, ਦੇਖੋ ਫਰਕ ਹੀ ਆ। ਦੂਜੀ ਗੱਲ ਜਿਹੜੇ ਧਰਮ ਵੀ ਆ, ਇਹ ਧਰਮ ਦੀਆਂ ਵੀ ਦੀਵਾਰਾਂ ਗੁਰੂ ਸਾਹਿਬ ਨੇ ਕਿੱਥੇ ਕਿਹਾ ਖੜੀਆਂ ਕਰਨ? ਕਿਤੇ ਵੀ ਨਹੀਂ। ਜਾਤ ਦੀਆਂ ਦੀਵਾਰਾਂ ਨਫ਼ਰਤ ਦੀਆਂ, ਰਾਈਟ? ਜਾਤ ਦੀਆਂ, ਧਰਮ ਦੀਆਂ ਦੀਵਾਰਾਂ ਨਫ਼ਰਤ ਦੀਆਂ ਥੋੜੋ। ਧਰਮ ਤਾਂ ਪਿਆਰ ਬਣਾਉਣ ਦੀ ਗੱਲ ਕਰਦਾ, ਉਹਦਾ ਦੀਵਾਰ ਤੋੜਦਾ। ਇਹ ਨਹੀਂ ਤਾਂ ਧਰਮ ਦੀ ਦੀਵਾਰ ਵੀ ਖੜੀ ਕਰਨ ਲੱਗੇ ਹੋ। ਇਸ ਕਰਕੇ ਧਰਮ ਦੀਆਂ ਦੀਵਾਰਾਂ ਤੋੜ ਕੇ
ਡਟ ਕੇ ਸਾਥ ਦਿਓ, ਸੈਕੰਡ ਲੈਵਲ ਦੀ ਲੀਡਰਸ਼ਿਪ ਬਣ ਜਾਓ। ਜੇ ਉਹ 40 ਪਿੱਛੇ ਅੜ ਗਿਆ, ਤੁਸੀਂ ਮੂਹਰੇ ਖੜ ਜਾਓ। ਤੁਸੀਂ ਤਾਂ ਨਾ ਪਬਲਿਕ ਨਾਲ ਦਗਾ ਕਮਾਓ। ਜਿਹੜਾ ਹੁਣ ਆਲੋਚਨਾ ਕਰਦਾ 40 ਦੀ ਤੇ ਉੱਥੇ ਸ਼ਾਮਲ ਨਹੀਂ ਹੁੰਦਾ, ਇਹਦਾ ਮਤਲਬ ਇਹ ਆ ਕਿ ਉਹ ਪਬਲਿਕ ਨਾਲ ਦਗਾ ਕਮਾਉਂਦਾ। ਅਸਲ 'ਚ ਹੋਰ ਵੀ ਦਿਲਬਾਗ ਸਿੰਘ ਜੀ, ਹਾਂਜੀ ਐਵੇਂ ਹਾਂਜੀ, ਦੁਨੀਆ ਦੇ ਲੋਕਾਂ ਨੂੰ ਨਹੀਂ ਪਤਾ ਇਸ ਚੀਜ਼ ਦਾ ਵੀ ਇਸ ਮੋਰਚੇ ਨੂੰ ਲੀਡ ਕਰ ਰਹੇ ਲੋਕ ਕਾਮਰੇਡ ਆ ਜਾਂ ਹਿੰਦੂ ਆ ਜਾਂ ਕੌਣ ਆ। ਦੁਨੀਆ ਦੇ ਲੋਕਾਂ ਨੂੰ ਜਾਂ ਇੰਡੀਆ ਦੇ ਆਊਟ ਆਫ ਪੰਜਾਬ ਦੇ ਲੋਕਾਂ ਨੂੰ ਇਹੀ ਮਹਿਸੂਸ ਹੁੰਦਾ ਕਿ ਇਸ ਅੰਦੋਲਨ ਨੂੰ ਸਿੱਖਾਂ ਨੇ ਸ਼ੁਰੂ ਕੀਤਾ, ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਇਸ ਅੰਦੋਲਨ ਦੀ ਰੂਹ ਸਪੈਲਟ ਸਿੱਖੀ ਆ, ਉਹ ਸਿੱਖੀ ਦੀ ਦਾਤ ਦਿੰਦੇ ਆ, ਸਿੱਖੀ ਨੂੰ ਪ੍ਰਣਾਮ ਕਰਦੇ ਆ, ਕੋਟ ਕੋਟ ਉਹ ਸਲੂਟ ਮਾਰਦੇ ਆ ਸਰਦਾਰਾਂ ਨੂੰ। ਇਹ ਬਿਮਾਰੀ ਸਿਰਫ ਸਾਨੂੰ ਪੰਜਾਬੀਆਂ ਨੂੰ ਪਈਓ ਆ, ਸਿੱਖਾਂ ਨੂੰ ਹੀ ਪਈਓ। ਉਹੀ ਉਹਨਾਂ ਨੂੰ ਕਹਿ ਰਹੇ ਆ ਇਹ ਕਾਮਰੇਡ ਆ, ਇਹਨੂੰ ਲੀਡ ਕਰ ਰਹੇ ਆ, ਇਹ ਲਾਲ ਪੱਗਾਂ ਵਾਲੇ ਆ, ਇਹਨੇ ਅੰਦੋਲਨ ਖਰਾਬ ਕਰ ਦੇਣਾ। ਹੋਰ ਕੋਈ ਨਹੀਂ ਕਹਿ ਰਿਹਾ, ਹੋਰ ਕੋਈ ਨਹੀਂ ਕਹਿੰਦਾ। ਉਹਨਾਂ ਦੇ ਮਨ ਦੇ ਬਸ ਸਿੱਖ ਨੂੰ ਚਲਾ ਰਹੇ ਆ। ਮੈਂ ਹੋਰ ਦੱਸਦਾ, ਅਗਰ ਇਹ ਲੀਡਰ ਹੁੰਦੇ ਨਾ ਮੂਹਰੇ, ਇਹਨੀ ਕਾਮਰੇਡਾਂ ਨੂੰ ਕਹਿਣਾ ਸੀ ਭਰਾਵੋ ਇਹ ਤੁਹਾਡਾ ਵੀ ਅੰਦੋਲਨ, ਤੁਸੀਂ ਆਓ ਮੇਰੇ ਕਾਮਰੇਡ ਭਰਾਵੋ, ਲਿਆਓ, ਕੋਈ ਗੱਲ ਨਹੀਂ, ਤੁਸੀਂ ਆਓ, ਕਿਉਂਕਿ ਇਹਨਾਂ ਦੇ ਸਿਰ ਪਈ ਹੋਣੀ ਸੀ। ਬਿਲਕੁਲ ਬਿਲਕੁਲ। ਇਹਨੇ ਗਰਾਊਂਡ ਦੇ ਕੰਮ ਨਹੀਂ ਕੀਤਾ ਕੋਈ। ਜੇ ਗਰਾਊਂਡ ਦੇ ਕੰਮ ਕੀਤਾ ਹੁੰਦਾ ਧਾਰਮਿਕ ਬੰਦਿਆਂ ਨੇ, ਸਿਰ ਸਿਆ ਡੇਰਾ ਕਾਮਯਾਬ ਹੋ ਜਾਂਦਾ। ਪੰਜਾਬ 'ਚ ਡੇਰੇ ਕਾਮਯਾਬ ਹੋ ਜਾਂਦੇ, ਪੰਜਾਬ 'ਚ ਜਾਤ ਪਾਤ ਰਹਿ ਜਾਂਦੀ, ਊਚ ਨੀਚ ਰਹਿ ਜਾਂਦੀ, ਸੇਵੇ ਲੱਗ ਲੱਗ ਹੋ ਜਾਂਦੇ। ਇਹਨਾਂ ਨੇ ਕੰਮ ਹੀ ਕਿਉਂ ਕੀਤਾ? ਕੀਤਾ ਨਹੀਂ ਕੰਮ, ਤੇ ਹੁਣ ਪਛਤਾਉਂਦੇ ਆ ਯਾਰ। ਇਹਨਾਂ ਨੇ ਕੰਮ ਜਿਹੜਾ, ਮੇਰੀ ਗੱਲ ਸੁਣ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਦੋਂ ਹੋਈ ਆ, ਉਸ ਅੰਦੋਲਨ ਨੂੰ ਜਦੋਂ ਪਹਿਲਾਂ ਗਰਾਊਂਡ ਲੈਵਲ ਤੇ ਸ਼ੁਰੂ ਹੋਇਆ, ਜਿਹਦੇ ਵਿੱਚ ਚੋਟੀ ਚੋਟੀ ਦੇ ਪ੍ਰਚਾਰਕ ਮੋਰੇ ਸੀ ਭਾਈ ਪੰਤਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ, ਉਹਨੀ ਕੁੱਟ ਵੀ ਖਾਧੀ, ਬੁਰਾ ਹਾਲ ਵੀ ਹੋਇਆ। ਉਸ ਅੰਦੋਲਨ ਨੂੰ ਹਾਈਜੈਕ ਕਰਕੇ ਸਰਬੱਤ ਖਾਲਸਾ ਬੁਲਾਇਆ ਗਿਆ। ਸਰਬੱਤ ਖਾਲਸੇ 'ਚ ਬਿਨਾਂ ਮਰਜ਼ੀ ਤੋਂ ਜਥੇਦਾਰ ਐਲਾਨੇ ਗਏ, ਜਿਹੜੇ ਲੋਕਾਂ ਨੇ ਐਕਸੈਪਟ ਨਹੀਂ ਕੀਤੇ। ਉਹ ਤੋਂ ਉਹ ਮਤਲਬ ਉਹ ਵੀ ਉਹ ਦੋਨੋਂ ਮੋਰਚੇ ਅੰਦੋਲਨ ਜਿਹੜੇ ਆ ਕਰ ਦਿੱਤੇ ਨਾ ਫੇਲ। ਇਹ ਬਰਗਾੜੀ 'ਚ ਲਾਤਾ, ਨਹੀਂ ਇਹ ਨਹੀਂ ਬਰਗਾੜੀ 'ਚ ਲਾਇਆ, ਸਫਲ ਹੋਇਆ ਕਿਸੇ 'ਚ ਵੀ ਨਹੀਂ ਹੋਏ, ਇਹਨੇ ਨੁਕਸਾਨ ਕਰਾਇਆ। ਉਸ ਸਮੇਂ ਤੋਂ ਉਸ ਮੋਰਚਿਆਂ ਨੂੰ, ਅੰਦੋਲਨ ਨੂੰ ਇਹਨਾਂ ਨੇ ਏਦਾਂ ਠੰਡੇ ਵਾਸਤੇ 'ਚ ਪਾਇਆ ਕਿ ਹੋਰ ਕੋਈ ਉਹਨੂੰ ਛੇੜੇ ਨਾ ਸਕੇ। ਇੱਦੇ ਕੋਈ ਬੰਦਾ ਜਿਹੜਾ ਉੱਪਰ ਟੈਂਕੀ ਤੋਂ ਛਾਲ ਮਾਰ ਕੇ ਜਿਹਨੇ ਆਤਮ ਹੱਤਿਆ ਕੀਤੀ, ਉਹਨੇ ਵੀ ਉਹ ਸਾਰਾ ਸਿਸਟਮ ਨੂੰ ਖਰਾਬ ਕੀਤਾ। ਜੇ ਤੁਸੀਂ ਨਹੀਂ ਕਰ ਸਕਦੇ, ਨਾ ਸ਼ੁਰੂ ਕਰੋ। ਠੀਕ ਨੇ? ਕਿੱਥੇ ਗੁਰੂ ਸਾਹਿਬ ਨੇ ਕਿਹਾ ਭੁੱਖ ਹੜਤਾਲਾਂ ਰੱਖਣੀਆਂ, ਮਰਨ ਵਰਤ ਰੱਖਣੇ? ਇਹ ਤਾਂ ਕਨਸੈਪਟ ਹੈ ਨਹੀਂਗਾ, ਕਨਸੈਪਟ ਇਹ ਨਹੀਂ। ਫਿਰ ਇਹਨਾਂ ਬਰਗਾੜੀ ਦਾ ਮੋਰਚੇ ਸਤਿਆਨਾਸ਼ ਕੀਤਾ। ਹੁਣ ਉਸ ਅੰਦੋਲਨ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਅੰਦੋਲਨ ਨੂੰ ਕੋਈ ਹੱਥ ਹੀ ਨਹੀਂ ਪਾ ਰਹੇ, ਲੋਕੀ ਯਕੀਨ ਹੀ ਨਹੀਂ ਕਰ ਰਹੇ। ਇਹ ਅੰਦੋਲਨ ਸਾਡੀ ਰੋਟੀ ਨਾਲ ਜੁੜਿਆ ਆ। ਜਿਹੜਾ ਹਾਕਮ ਆ ਉਹ ਕਹਿੰਦਾ ਮੈਂ ਤਿਜੋਰੀ 'ਚ ਬੰਦ ਕਰਨੀ ਰੋਟੀ ਤੁਹਾਡੀ। ਅੱਛਾ, ਹੁਣ ਦਾ ਅੰਦੋਲਨ ਲੈ ਲੈ ਖੋਰ। ਜਦੋਂ ਆਹ ਅੰਦੋਲਨ ਸ਼ੁਰੂ ਹੋਇਆ ਨਾ, ਅੱਜ ਮਤਲਬ ਚੱਲ ਰਿਹਾ ਸੀਗਾ, ਤਾਂ ਕੁਝ ਕੁ ਮਹੀਨੇ ਪਹਿਲਾਂ ਹਰਿਮੰਦਰ ਸਾਹਿਬ ਇੱਕ ਹੋਰ ਅੰਦੋਲਨ ਦਾ ਮੋਰਚਾ ਲਾਇਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਚੋਰੀ ਹੋਏ ਆ ਉੱਥੋਂ, ਜਿਹਦੇ ਵਿੱਚ ਭਾਈ ਇਹ ਜਿਹੜੇ ਪ੍ਰਚਾਰਕ ਜਾਂ ਹੋਰ ਖੋਸਾ ਹੋਰ ਵੀ ਬੰਦੇ, ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਇਆ, ਉਹਦਾ ਹਿਸਾਬ ਕਿਤਾਬ ਦਿੱਤਾ ਜਾਵੇ। ਉੱਥੇ ਮਹੀਨਾ ਪੂਰਾ ਖੜਦੌਂਬ ਜਿਹਾ ਮਚਿਆ, ਉਸ ਤੋਂ ਬਾਅਦ ਖਤਮ। ਕਿੱਥੇ ਗਿਆ ਮੋਰਚਾ ਵੇ? ਉਹ ਕਿੱਥੇ ਗਿਆ? ਉਹੀ ਬੰਦੇ ਜਾ ਕੇ ਅੱਜ ਉਹ ਦੂਜੇ ਪਾਸੇ ਉਸ ਮੋਰਚੇ ਦੀ ਨੂੰ ਲੀਡ ਕਰ ਰਹੇ ਜਿਹੜੇ ਜਰਨੈਲ ਆ, ਲੀਡਰ ਆ, ਉਹਨਾਂ ਦੇ ਉੱਪਰ ਦੂਸ਼ਣਬਾਜ਼ੀ, ਉਹਨਾਂ ਦੀਆਂ ਲੱਤਾਂ ਖਿੱਚਣ ਤੇ ਪੂਰਾ ਜ਼ੋਰ ਲੱਗਿਆ ਹੋਇਆ। ਨਹੀਂ ਸਕਦੇ ਇੰਦਰਜੀਤ, ਅਸੀਂ 40 ਦੀ ਗਾਰੰਟੀ ਨਹੀਂ ਲੈਂਦੇ ਹੈਗੇ, ਬੇਕ ਨਹੀਂ ਸਕਦੇ। ਪਰ ਜੇ ਸ਼ੱਕ ਬੇਕ ਨਹੀਂ ਸਕਦੇ ਤਾਂ ਭਰਾ ਜਿਹੜੇ ਉੱਥੇ ਬੈਠੇ ਆ, ਮਾਵਾਂ ਭੈਣਾਂ ਧੀਆਂ ਸਾਡੀਆਂ ਬੈਠੀਆਂ, ਉਹ ਸਾਡੇ ਹੀ ਆ ਨਾ। ਉਹਨਾਂ ਦੀ ਖਾਤਰ ਸੈਕੰਡ ਲੈਵਲ ਲੀਡਰਸ਼ਿਪ ਇਹ ਚੱਲਣ, 40 ਦੀ ਕਮਾਨ ਵੀ ਤੁਸੀਂ ਆ ਮੋਰੇ ਕਮਾਨ ਅਸੀਂ ਤੁਹਾਡੀ ਮੰਗਣੀ, ਹੁਕਮ ਤੁਹਾਡਾ ਮੰਨਣਾ। ਪਰ ਜੇ ਤੁਸੀਂ ਬਹਿ ਕੇ ਅਸੀਂ ਖੜੇ ਆ, ਬਿਲਕੁਲ ਬਿਲਕੁਲ ਇਹ ਚੱਲ ਜਾ। ਆਲੋਚਨਾ ਕਰਨ ਦਾ ਕੀ ਮਤਲਬ? ਹੁਣ ਤਾਂ ਇੱਜ਼ਤ ਦਾ ਸਵਾਲ ਆਇਆ, ਹੁਣ ਤਾਂ ਜ਼ਮੀਨਾਂ ਤੇ ਆ ਗਏ ਅਗਲੇ। ਦੇਖੋ ਮੈਂ ਇੱਕ ਹੋਰ ਦੱਸਦਾ ਗੱਲ, ਜਦੋਂ ਆਦ ਧਰਮ ਹੋਂਦ ਵਿੱਚ ਆਇਆ, ਮੰਗੂ ਰਾਮ ਮੱਗੂ ਜੀ ਨੇ, ਪਤਾ ਕਿਉਂ ਆ ਧਰਮ ਹੋਂਦ ਵਿੱਚ ਆਇਆ ਸੀ? ਉਸੇ ਵੇਲੇ ਵਿੱਚ ਜਿਹੜੇ ਜਗੀਰਦਾਰੀ ਕਾਈਂਡ ਆਫ ਸਿੱਖ ਸੀਗੇ, ਉਹ ਕਹਿੰਦੇ ਸੀ ਕਿ ਜੇ ਜੋਬਾਂ ਜਾਬਾਂ ਇਹਨਾਂ ਨੂੰ ਮਿਲ ਗਈਆਂ, ਛੋਟੀਆਂ ਜਾਤਾਂ ਵਾਲਿਆਂ ਨੂੰ, ਸਾਡੇ ਖੇਤਾਂ 'ਚ ਕੌਣ ਕੰਮ ਕਰੂਗਾ? ਤੇ ਉਹਨਾਂ ਨੂੰ ਕਿਹਾ ਸਾਈਮਨ ਕਮਿਸ਼ਨ ਵਾਲਿਆਂ ਨੂੰ ਵੀ ਸਿੱਖਾਂ ਨੂੰ ਨਹੀਂ ਚਾਹੀਦੀ ਇਹ ਰਿਪਰੈਜ਼ੈਂਟੇਸ਼ਨ ਜਿਹੜੀ ਆ, ਰਾਖਵਾਂ ਕਰਨ, ਸਿੱਖਾਂ ਨੂੰ ਨਹੀਂ ਚਾਹੀਦਾ। ਤੇ ਉਹ ਮੰਗੂ ਰਾਮ ਮੱਗੂ ਵਾਲੇ ਨੇ ਕਿਹਾ ਵੀ ਸਾਡਾ ਹੀ ਸਿੱਖ ਹੈ ਹੀ ਨਹੀਂ, ਅਸੀਂ ਆਦ ਧਰਮ ਜੋ ਜੁਗਾਂ ਜਗਾਂਤਰਾਂ ਤੋਂ ਧਰਮ
ਇਨਸਾਨੀਅਤ ਚੱਲਦਾ ਹੁੰਦਾ ਉਹ ਸਾਡਾ ਉਹ ਧਰਮ। ਬਿਲਕੁਲ। ਇਹਦਾ ਮਤਲਬ ਜਗੀਰਦਾਰੀ ਸੋਚ ਉਹਨਾਂ ਨੂੰ ਹੱਕ ਨਹੀਂ ਸੀ ਲੈ ਕੇ ਦੇਣਾ ਚਾਹੁੰਦੀ। ਬਿਲਕੁਲ ਬਿਲਕੁਲ। ਹੁਣ ਜਗੀਰਦਾਰੀ ਸੋਚ ਗਰੀਬ ਕਿਸਾਨ ਦਿੱਲੀ ਬੈਠਾ ਜਾ ਕੇ ਇਹ ਚਾਹੁੰਦੇ ਵੀ ਕਿ ਉਹਨਾਂ ਨੂੰ ਹੱਕ ਮਿਲਣ। ਅੱਛਾ, ਇੱਥੇ ਮੈਂ ਗੱਲ ਐਡ ਕਰ ਦਵਾਂ ਆ ਧਰਮ ਦੀ। ਇੱਕ ਹੋਰ ਗੱਲ ਸੁਣ ਲਾ, ਇਹ ਚਾਹੁੰਦੇ ਨਹੀਂ ਉਹਨਾਂ ਨੂੰ ਹੱਕ ਮਿਲਣ, ਜੇ ਹੱਕ ਮਿਲਣ ਤਾਂ ਸਾਡੇ ਰਾਹੀਂ ਮਿਲਣ। ਪਰ ਜਿਹੜੇ 40 ਆ ਮੋਹਰੇ ਉਹਨਾਂ ਦੀ ਵੀ ਗੱਲ ਸੁਣ ਲਾ, ਉਹਨਾਂ ਨੂੰ ਕਹਿੰਦੇ ਆ ਵੀ ਮਜ਼ਦੂਰਾਂ ਦੀ ਗੱਲ ਐਡ ਕਰੋ, 8 ਘੰਟੇ ਡਿਊਟੀ ਚਾਹੀਦੀ ਆ, 12 ਘੰਟੇ ਦੀ ਚਾਹੀਦੀ, ਉਹ ਵੀ ਨਹੀਂ ਸੁਣਦੇ। ਉਹ ਵੀ ਕਿਤੇ ਨਾ ਕਿਤੇ ਜਾ ਕੇ ਜਗੀਰਦਾਰੀ ਸੋਚ ਰੱਖਦੇ ਤਾਂ ਮਜ਼ਦੂਰ ਕਿੱਥੇ ਜਾਊਗਾ? ਬੰਦਿਆਂ ਨੂੰ ਮੈਂ ਪੁੱਛਦਾ, ਦੱਸੋ ਨਹੀਂ ਕੀ ਮਜ਼ਦੂਰਾਂ ਬਾਰੇ ਸੋਚਿਆ? ਬਸਤੀਆਂ ਨਹੀਂ ਬਣਾਤੀਆਂ? ਨਹੀਂ ਅੱਜ ਤੱਕ ਨਹੀਂ, ਸਵਾਲ ਹੈ ਕਿ ਇਹਨਾਂ ਲਈ ਅੱਜ ਤੱਕ ਭਾਰਤ ਦੇ ਵਿੱਚ ਵਸਦੇ ਮਜ਼ਦੂਰ, ਚਾਹੇ ਉਹ ਖੇਤਾਂ 'ਚ ਕੰਮ ਕਰਨ ਵਾਲੇ ਆ, ਚਾਹੇ ਉਹ ਗਟਰਾਂ ਦੇ ਵਿੱਚ ਨਾਲੀਆਂ ਦੇ ਵਿੱਚ ਗੰਦ ਸਫਾਈ ਕਰਨ ਵਾਲੇ, ਜਾਂ ਭੱਠੇ ਦੇ ਉੱਪਰ ਇੱਟਾਂ ਪੱਥਣ ਵਾਲੇ, ਉਹਨਾਂ ਵਾਸਤੇ ਕਿਸੇ ਧਾਰਮਿਕ ਜਥੇਬੰਦੀ ਨੇ ਅੱਜ ਤੱਕ ਕੋਈ ਮੋਰਚਾ ਲਾਇਆ ਇਹਨਾਂ ਦੇ ਇੰਨੇ ਰੇਟ ਹੋਣੇ ਚਾਹੀਦੇ ਕਿ ਉਹਨਾਂ ਦਾ ਆਰਥਿਕ ਸ਼ੋਸ਼ਣ ਵੀ ਹੁੰਦਾ ਤੇ ਉਹਨਾਂ ਦਾ ਕਈ ਵਾਰੀ ਅਕਸਰ ਜਿਹੜਾ ਆ ਬਲਾਤਕਾਰ ਹੀ ਲਾ ਲਾ। ਪੰਜਾਬ ਦੀ ਯੂਪੀ ਵਿੱਚ ਕਿੰਨੇ ਹੁੰਦੇ ਆ? ਕੀ ਸਾਡੀ ਬਾਰਡਰ ਸਟੇਟ ਕੱਲੀ ਪੰਜਾਬ ਹੈ, ਪੰਜਾਬ ਤੋਂ ਬਾਹਰ ਜਾਣਾ ਹੀ ਨਹੀਂ। ਬਿਲਕੁਲ। ਉੱਥੇ ਬਲਾਤਕਾਰ ਹੁੰਦੇ ਆ। ਗੁਰੂ ਗ੍ਰੰਥ ਸਾਹਿਬ 35 ਨੇ ਲਿਖਿਆ ਭਾਰਤ ਦੇ ਕੋਨੇ-ਕੋਨੇ ਚੋਂ ਆਓ, ਉਹਨੇ ਭਾਰਤ ਤੇ ਰਾਜ ਕਰਨ ਦੀ ਗੱਲ ਕੀਤੀ ਆ। ਤੇ ਉਧਰ ਕਿਉਂ ਨਹੀਂ ਵੱਧਦੇ ਜਿੱਥੇ ਬਲਾਤਕਾਰ ਹੁੰਦੇ ਆ? ਕਿਉਂ ਨਹੀਂ ਦੁਸ਼ਮਣ ਦੇ ਵਿਹੜੇ ਵਿੱਚ ਜਾ ਕੇ ਜੰਗ ਲੜਦੇ? ਹੁਣ ਹੱਕ ਮਿਲਣ ਦੀ ਗੱਲ ਆਈ ਆ, ਲੋਕ ਇਕੱਠੇ ਹੋਏ ਆ, ਇਹਨਾਂ ਦੀ ਵੀ ਆਲੋਚਨਾ ਕਰਨ ਲੱਗੇ ਹੋ। ਮੈਂ ਮੰਨ ਲੈਣਾ ਵੀ 40 ਚੋਂ ਮਾੜੇ ਬੰਦੇ ਹੋਗੇ, ਪਰ ਉਹਨਾਂ ਨੂੰ ਜਾਓ ਡਿੱਗਦੇ ਆ, ਤੁਸੀਂ ਖੜ ਜਾਓ, ਮਗਰ ਖੜੋ ਜਾ ਕੇ, ਆਲੋਚਨਾ ਕਰਨ ਦੀ ਬਜਾਏ ਉੱਥੇ ਨਾਲ ਸਾਥ ਦਵੋ, ਅੰਦੋਲਨ ਨੂੰ ਕਾਮਯਾਬ ਕਰਨ ਸਾਥ ਦਵੋ। ਮੈਂ ਉਹੀ ਦੱਸ ਰਿਹਾ ਬਈ RSS ਦਾ ਪੂਰਾ ਜ਼ੋਰ ਲੱਗਾ ਆ ਵੀ ਇਸ ਅੰਦੋਲਨ ਨੂੰ ਖਾਲਿਸਤਾਨੀ ਵਰਸਸ ਹਿੰਦੁਸਤਾਨੀ ਬਣਾ ਕੇ ਪੇਸ਼ ਕੀਤਾ ਜਾਵੇ ਤੇ ਇਹਨਾਂ ਨੂੰ ਫਿਰ ਸਿੱਖਾਂ ਨੂੰ ਆਈਸੋਲੇਟ ਕਰਕੇ, ਦੂਜਿਆਂ ਦੇ ਨਾਲੋਂ ਅਲੱਗ ਕਰਕੇ, ਫਿਰ ਇਹਨਾਂ ਨੂੰ ਆਪਾਂ ਕੁੱਟੀਏ, ਮਾਰੀਏ, ਇਹਨਾਂ ਦਾ ਕਤਲੇਆਮ ਕਰੀਏ, ਇਹਨਾਂ ਦਾ ਜੀਨੋਸਾਈਡ ਕਰੀਏ। ਇਹਦੀ ਜਿਉਂਦੀ ਜਾਗਦੀ ਉਦਾਹਰਨ ਆਪਾਂ ਇੱਕ ਸਾਂਝੀ ਕਰਦੇ ਹਾਂ। ਟਕੈਤ ਜਦੋਂ ਅੰਦੋਲਨ ਡਾਮਾਡੋਲ ਹੋਇਆ, ਉਸ ਬੰਦੇ ਨੂੰ ਦੇਖੋ ਉਹਦੀ ਵਫਾਦਾਰੀ, ਉਹ ਬੰਦੇ ਦੀ ਇਮਾਨਦਾਰੀ, ਕੱਲ ਨੂੰ ਬੈਕ ਚ ਵੀ ਉਹ ਵੱਖਰੀ ਗੱਲ ਆ ਸਾਡੀ, ਅਸੀਂ ਉਹ ਚੀਜ਼ ਦੀ ਗਰੰਟੀ ਤੇ ਆਪਾਂ ਖੁਦ ਦੀ ਗਰੰਟੀ ਨਹੀਂ ਲੈ ਸਕਦੇ, ਦੂਸਰੇ ਦੀ ਗਰੰਟੀ ਕੀ ਲੈਣੀ ਹੈ? ਕੱਲ ਨੂੰ ਬੰਦਾ ਕੁਝ ਵੀ ਹੋ ਸਕਦਾ। ਮਨ ਬਣਾ ਲਿਆ ਸੀ ਉਹਨੇ। ਹਾਂ ਦੇਖੋ, ਬਣਾ ਲਿਆ ਸੀ ਮਨ ਵਿੱਚ, ਗ੍ਰਿਫਤਾਰ ਹੋ ਜਾਣਾ। ਹਾਂ, ਉਹ ਤਾਂ ਜਦੋਂ ਬੀਜੇਪੀ ਦੇ ਬੰਦਿਆਂ ਨੇ ਕਿਹਾ ਵੀ ਸਿੱਖਾਂ ਦੇ ਤਾਂ ਅਸੀਂ ਤੂੰਬੇ ਉਡਾ ਦੇਣੇ ਆ, ਤੂੰ ਤਾਂ ਸਾਡਾ ਹਿੰਦੂ ਭਰਾ ਆ, ਤੂੰ ਗ੍ਰਿਫਤਾਰ ਹੋ ਜਾ। ਬਿਲਕੁਲ। ਉਹ ਫਟਾਫਟ ਉਹਦਾ ਛੱਡ ਕੇ ਸਟੇਜ ਤੇ ਆ ਕੇ ਰੋਣ ਲੱਗ ਪਿਆ ਵੀ ਸਿੱਖਾਂ ਦਾ ਬੰਦਾ ਨਹੀਂ ਕਮਾ ਸਕਦਾ। ਨਹੀਂ ਬੋਲਿਆ ਵੀ ਉਹਨਾਂ ਨੇ ਉੱਥੇ ਜੈਨੋਸਾਈਡ ਕਰਨਾ ਸੀ ਤੇ ਕਸੂਰ ਕਿਹਦਾ ਹੋਣਾ ਸੀ? ਉਹ ਬੰਦੇ ਨੇ ਦੇਖ ਰੋਂਦੇ ਹੋਏ ਨੇ ਗੱਲ ਕਹੀ ਆ, ਉਹ ਭਰਾਵੋ ਕਹਿੰਦਾ ਮੈਂ ਸਰਦਾਰਾਂ ਨੇ ਮੇਰੇ ਤੇ ਬੜਾ ਯਕੀਨ ਕੀਤਾ, ਮੈਂ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ। ਉਹ ਭਰਾਵੋ ਲੋਕੋ ਕਹਿੰਦਾ ਇਹਨਾਂ ਨੇ ਸਿੱਖਾਂ ਨੂੰ ਮਾਰ ਦੇਣਾ, ਇਹਨਾਂ ਸਿੱਖਾਂ ਦਾ ਜੈਨੋਸਾਈਡ ਕਰਨ ਲੱਗੇ ਆ, ਇਹਨਾਂ ਨੇ ਤੋਪਾਂ ਦੇ ਨਾਲ ਇਹਨਾਂ ਨੇ ਬੰਬ ਸਿੱਟਣੇ ਉਹਦੇ ਉੱਪਰ। ਮੌਕਾ ਤਾਂ ਦਿੱਤਾ ਨਾ, ਆਪਣੇ ਆਪ ਨੂੰ ਮੱਲੋ ਮੱਲੀ ਖਾਲਿਸਤਾਨੀ ਬਣਾ ਲਿਆ, ਅਸੀਂ ਮੱਲੋ ਮੱਲੀ ਅੱਤਵਾਦੀ ਬਣਾ ਲਿਆ, ਕਿਉਂਕਿ ਉਹ ਗਵਰਨਮੈਂਟ ਜਿਹੜੀ ਕੰਮ ਚਾਹੁੰਦੀ ਸੀ ਉੱਤੇ ਮੋਹਰ ਲਾਤੀ ਜਾ ਕੇ। ਅਸੀਂ 40 ਜਥੇਬੰਦੀਆਂ ਦੇ ਮੁਖੀ ਸੀ, ਉਹਨਾਂ ਦਾ ਕਹਿਣਾ ਨਹੀਂ ਮੰਨਿਆ। ਬਿਲਕੁਲ। ਡਿਸਪਲਿਨ ਤੋਂ ਬਾਹਰ ਤਾਂ ਅਸੀਂ ਹੋਏ ਨਾ, ਫਿਰ ਕਿਉਂ ਤੁਹਾਨੂੰ ਮੌਕਾ ਦਿੰਨੇ ਕਿ ਸਾਨੂੰ ਮਾਰੇ? ਡਿਸਪਲਿਨ ਤੋਂ ਬਾਹਰਲੀ ਗੱਲ ਸੁਣ ਲਾ। ਸੁਖਪ੍ਰੀਤ ਸਿੰਘ ਉਦੋਂ ਇੱਕ ਵਧੀਆ ਕੌਮ ਦਾ ਵਿਦਵਾਨ ਮੰਨਿਆ ਗਿਆ, ਵਧੀਆ ਕੰਮ ਉਹਨੇ ਕੀਤੇ ਆ। ਉਹ ਬੰਦੇ ਜਾਣ ਬੁੱਝ ਕੇ ਜਿੱਦ ਕਰ ਰਹੇ ਆ ਕਿ ਸੰਯੁਕਤ ਮੋਰਚਾ ਨੇ ਗੱਲ ਕਹੀ ਸੀ ਕਿ ਇੱਥੇ ਰਿੰਗ ਰੋਡ ਦੇ ਉੱਪਰ ਪਰੇਡ ਕਰਨੀ ਆ, ਪਰ ਉਹ ਤਾਂ ਹੁਣ ਸਟੈਪ ਬੈਕ ਹੋ ਗਿਆ, ਉਹਨਾਂ ਨੇ ਹੋਰ ਰਾਊਟ ਲੈ ਲਿਆ, ਪਰ ਅਸੀਂ ਕਹਿੰਦੇ ਰਿੰਗ ਰੋਡ ਦੇ ਉੱਪਰ ਹੀ ਜਾਵਾਂਗੇ। ਇਹ ਕਿੱਡੀ ਕੁ ਸਿਆਣਪ ਵਾਲੀ ਗੱਲ ਹੋਊਗੀ? ਕੀ ਉਹਨੇ ਗਰਾਊਂਡ ਤੇ ਕੰਮ ਕੀਤਾ? ਕੀ ਗਰਾਊਂਡ ਤੇ ਕੰਮ ਕਰਕੇ ਜਥੇਬੰਦੀਆਂ ਦੇ ਨਾਲ ਲੋਕਾਂ ਨੂੰ ਲੈ ਕੇ ਆਇਆ ਸੀ? ਲੋਕਾਂ ਦੀ ਜਿਹੜੀਆਂ ਮਾਵਾਂ ਧੀਆਂ ਭੈਣਾਂ ਉੱਥੇ ਪਹੁੰਚੀਆਂ ਸੀਆਂ, ਕੀ ਉਹ ਕਟਾਉਣੇ ਸੀ ਜਦ ਕਰਕੇ? ਮਰਵਾਉਣੇ ਸੀ ਯਾਰ। ਦੁਸ਼ਮਣ ਦਾ ਦੇਖੋ ਸ਼ਿਕਾਰੀ ਤਿਆਰ ਬੈਠਾ ਸ਼ਿਕਾਰ ਕਰਨ ਵਾਸਤੇ, ਪਤਾ ਸ਼ਿਕਾਰੀ ਮੌਕਾ ਮਿਲੇ ਤੇ ਮੈਂ ਇਹਨਾਂ ਨੂੰ ਖਤਮ ਕਰਾਂ, ਗੋਲੀਆਂ ਮਾਰਾਂ, ਬੰਬ ਸਿੱਟਾਂ। ਕਿਉਂਕਿ ਉਹਦੇ ਕੋ ਦੇਖੋ ਇਹ ਲੜਾਈ ਜਿਹੜੀ ਆ, ਉਹ ਜਿਹੜੀ ਪਹਿਲਾਂ ਲੜਾਈ ਚੱਲਦੀਆਂ ਸੀਗੀਆਂ, ਦੋਨੋਂ ਪਾਸੇ ਫੌਜਾਂ ਦੇ ਕੋਲ ਹਥਿਆਰ ਆ, ਆਮੋ ਸਾਹਮਣੇ ਦੀ ਲੜਾਈ ਆ, ਉਹ ਲੜਾਈ ਤਾਂ ਹੈ ਨਹੀਂ। ਇੱਕ ਪਾਸੇ ਸਾਡੇ ਕੋਲ ਹਥਿਆਰ ਨਹੀਂ, ਤੁਸੀਂ ਨਿਹੱਥੇ ਆ, ਨਿੱਕੇ ਨਿੱਕੇ ਬੱਚੇ, ਬਜ਼ੁਰਗ, ਸਾਡੀਆਂ ਗਰਭਵਤੀ ਭੈਣਾਂ ਵੀ ਉਹਦੇ ਅੰਦੋਲਨ ਦੇ ਵਿੱਚ ਬੈਠੀਆਂ ਆ। ਦੂਜੇ ਪਾਸੇ ਉਹਨਾਂ ਕੋਲ ਤੋਪਾਂ ਆ, ਉਹਨਾਂ ਦੇ ਕੋਲ ਜਿਹੜੀਆਂ ਗਨ ਮਸ਼ੀਨਾਂ ਆ, ਉਹਨਾਂ ਦੇ ਕੋਲ ਅਸਲਾ ਆ, ਉਹਨਾਂ ਕੋਲ ਖਤਰਨਾਕ ਤੋਂ ਖਤਰਨਾਕ ਗੈਸਾਂ ਆ। ਉਹ ਤਾਂ ਤੁਹਾਨੂੰ 2 ਘੰਟੇ 'ਚ ਯਾਰ ਸਵਾਹ ਕਰ ਦੂਗੇ। ਉਹ ਸੌਖਾ ਕੰਮ, ਉਹ ਤਾਂ
ਯਾਰ ਵਾਇਲੈਂਟ ਤਾਂ ਕਰਦਾ, ਉਹ ਤਾਂ ਚਾਹੁੰਦਾ ਵੀ ਤੁਸੀਂ ਪੁੱਠਾ ਕੰਮ ਕਰੋ ਤਾਂ ਮੈਂ ਤੁਹਾਡਾ ਕੰਮ ਕਰਾਂ ਹਨਾ, ਉਹਨੂੰ ਸੌਖਾ ਮੂਵਮੈਂਟ ਨੂੰ ਖਤਮ ਕਰਨ, ਤੇ ਉਹੀ ਕੰਮ ਕਰਾ ਰਹੇ ਆ। ਮੈਨੂੰ ਸਮਝ ਨਹੀਂ ਆ ਰਹੀ ਵੀ ਕਦੋਂ ਉਹਨਾਂ ਨੂੰ ਸੋਚੀ ਆਉ। ਜੇ ਇਹ ਜਿਹੜੀ ਆ ਇਹ ਗੱਲ ਦੇ ਬੰਦਾ ਸੋਚਦੇ ਨਹੀਂ। ਦੇਖੋ ਆਪਾਂ ਬੱਚੇ ਵੀ ਲੈ ਕੇ ਗਏ ਆ, ਭੈਣਾਂ ਵੀ ਆ ਸਾਡੀਆਂ, ਮਾਵਾਂ ਵੀ ਆ, ਬਜ਼ੁਰਗ ਵੀ ਆ, ਕੀ ਅਸੀਂ ਜਿੱਦ ਕਰਨੀ ਆ ਜਥੇਬੰਦੀਆਂ ਜਿਹੜੀਆਂ ਜ਼ਿੰਮੇਵਾਰੀ ਨਾਲ ਲੈ ਕੇ ਆਈਆਂ ਉਹਨਾਂ ਦੇ ਅਗੇਂਸਟ ਅਸੀਂ ਤਾਂ ਇੱਧਰ ਦੀ ਜਾਣਾ? ਇਹਦਾ ਮਤਲਬ ਸਾਨੂੰ ਭੈਣਾਂ ਮਾਵਾਂ ਦਾ ਫਿਕਰ ਨਹੀਂ ਹੈਗਾ, ਫਿਕਰ ਨਹੀਂ। ਅਸੀਂ ਗਵਰਨਮੈਂਟ ਦੇ ਲਈ ਕੰਮ ਜੋ ਗਵਰਨਮੈਂਟ ਚਾਹੁੰਦੀ ਅਸੀਂ ਉਹੀ ਕਰਨਾ ਚਾਹੁੰਦੇ ਆ। ਉਹਨਾਂ ਨੇ ਕਹਿ ਵੀ ਦਿੱਤਾ, ਦੇਖਿਆ ਅਸੀਂ ਤਾਂ ਪਹਿਲੇ ਕਹਿੰਦੇ ਸੀਗਾ ਇਹ ਅੱਤਵਾਦੀ ਦੇਖ ਲੈ ਗੱਲ ਉਹੀ ਖੌਰੂ ਪੱਟਿਆ ਫਿਰ ਕਈ ਦਿਨ ਮੀਡੀਆ 'ਚ। ਜੇ ਲੱਗਦਾ ਇਹਨਾਂ ਨੂੰ 40 ਬੰਦੇ ਮਾੜੇ ਆ, ਇਹ ਸਟਰੋਂਗ ਹੋ ਕੇ ਸਗੋਂ ਹੋਰ ਦੁਨੀਆ ਲੈ ਕੇ ਜਾਣ ਵੀ ਮੋਹਰੇ ਤੁਸੀਂ ਆ, ਕਿਉਂਕਿ ਗਰਾਊਂਡ ਦਾ ਕੰਮ ਤੁਸੀਂ ਕੀਤਾ, ਪਰ ਜੇ ਤੁਸੀਂ ਬੈਕ ਗਏ ਅਸੀਂ ਖੜੇ ਆ। ਅਸੀਂ ਪਿੱਛੇ ਖੜੇ ਨਹੀਂ, ਉਹ ਸਿੱਧਾ ਕੰਮ ਕਰੋ, ਅਸੀਂ ਬੈਕਅਪ ਹੋਣ ਨਹੀਂ ਦੇਣਾ, ਬੈਕਅਪ ਹੋਣੇ ਨਹੀਂ ਦੇਣਾ। ਨਾਲੇ ਪਬਲਿਕ ਦੇ ਦਿਲ ਜਿੱਤੋ ਵੀ ਤੁਸੀਂ ਸਾਡੇ ਆ, ਤੁਹਾਨੂੰ ਲੈ ਕੇ ਆਏ, ਅਸੀਂ ਤੁਹਾਡੇ ਮਗਰ ਆ ਗਏ ਹਨਾ, ਸਾਨੂੰ ਇਹਨਾਂ ਬੰਦਿਆਂ ਤੇ ਸ਼ੱਕ ਆ, ਅਸੀਂ ਮਗਰ ਖੜੇ ਆ। ਦੂਜਾ, ਇਹਨਾਂ ਨੂੰ ਇੱਕ ਇੰਨਾ ਵਧੀਆ ਸਿੱਖ ਜਥੇਬੰਦੀਆਂ ਨੂੰ ਪਲੇਟਫਾਰਮ ਮਿਲਿਆ ਸੀ, ਜਿਹੜਾ ਪਿੱਛੇ ਅਸੀਂ 50, 60, 70, 75 ਸਾਲਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕੇ, ਉਹ ਸਾਨੂੰ ਅੱਜ ਇੰਨਾ ਵਧੀਆ ਪਲੇਟਫਾਰਮ ਮਿਲਿਆ ਹੋਇਆ ਸੀਗਾ। ਉੱਥੇ ਆਟੋਮੈਟਿਕਲੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਸੀ, ਆਟੋਮੈਟਿਕਲੀ ਲੋਕੀ ਵੇਖਣ ਆਉਂਦੇ ਸੀਗੇ, ਬੜਾ ਉਹ ਇੰਪ੍ਰੈਸ ਹੁੰਦੇ ਸੀ ਵੀ ਯਾਰ ਕਮਾਲ ਦੀ ਤੁਹਾਡਾ ਆਪਣਾ ਕਨਸੈਪਟ ਆ, ਲੰਗਰ ਲੱਗਾ, ਕੋਈ ਜਾਤ ਪਾਤ ਨਹੀਂ, ਕੋਈ ਊਚ ਨੀਚ ਨਹੀਂ, ਸਾਰੇ ਰਲ ਮਿਲ ਕੇ ਸੇਵਾ ਕਰਦੇ ਆ, ਲੰਗਰ ਵੀ ਛਕਦੇ ਆ। ਇੱਕ ਇੰਨਾ ਵਧੀਆ ਮਾਹੌਲ ਯਾਨੀ ਕਿ ਉਹ ਬਣਿਆ ਹੋਇਆ ਸੀਗਾ। ਇਹਨਾਂ ਨੂੰ ਸਮਝਦਾ ਉਸ ਪਲੇਟਫਾਰਮ ਦਾ ਵੱਧ ਤੋਂ ਵੱਧ ਐਡਵਾਂਟੇਜ ਲੈਣਾ ਚਾਹੀਦਾ ਸੀਗਾ ਵੀ ਤੁਸੀਂ ਜੰਗ ਲੜੋ ਲੀਡਰੋ, ਅਸੀਂ ਤੁਹਾਡੇ ਮਗਰ ਆ, ਤੁਹਾਨੂੰ ਸਟੈਪ ਬੈਕ ਹੋਣ ਨਹੀਂ ਦੇਣਾ, ਅਸੀਂ ਇੱਧਰ ਆਪਣਾ ਸਿੱਖੀ ਦਾ ਜਿਹੜਾ ਫਲਸਫਾ ਨਾਲੇ ਪੂਰੀ ਦੁਨੀਆ ਦੀ ਦੱਸੀ। ਸੋਸ਼ਲ ਮੀਡੀਆ ਦਾ ਯੁੱਗ ਹੈ ਯਾਰ, ਉਹ ਵੀਡੀਓ ਰਾਹੀਂ ਤੁਸੀਂ ਬੈਠੇ ਤੇ ਪ੍ਰਚਾਰ ਕਰੋ, ਕੋਈ ਰੋਕਦਾ? ਜਿਹੜਾ ਹਿੰਦੂ ਰਾਸ਼ਟਰ ਵਾਲਾ ਉਹ ਹਿੰਦੂ ਮੁਸਲਮਾਨ ਬਣਾ ਕੇ ਵੀ ਮੁਸਲਮਾਨਾਂ ਨੂੰ ਮਾਰਦਾ, ਉਹ ਹਿੰਦੂ ਸਿੱਖ ਬਣਾ ਕੇ ਵੀ ਸਿੱਖਾਂ ਨੂੰ ਮਾਰਦਾ, ਰਾਈਟ? ਹੁਣ ਇਹ ਪੁੱਛਣ ਟਕੈਤ ਤੋਂ ਵੀ ਭਰਾਵੋ ਹੱਕ ਤਾਂ ਤੁਹਾਨੂੰ ਵੀ ਨਹੀਂ ਮਿਲਦੇ ਤੇ ਤੁਸੀਂ ਹਿੰਦੂ ਕਿੱਦਾਂ ਹੋਏ ਫੇ? ਜੇ ਸੰਵਿਧਾਨ ਹਿੰਦੂ ਨੂੰ ਧਰਮ ਨਹੀਂ ਮੰਨਦਾ, ਇਹਨਾਂ ਤੋਂ ਪਤਾ ਲੱਗ ਗਿਆ ਨਾ ਹੁਣ ਹਿੰਦੂ ਨੂੰ ਧਰਮ ਨਹੀਂ ਮੰਨਦਾ, ਵੀ ਤੁਸੀਂ ਹਿੰਦੂ ਕਿੱਦਾਂ ਹੋਵੇ? ਸਗੋਂ ਉਹਨਾਂ ਨੂੰ ਵੀ ਆਪਣੇ ਨਾਲ ਜੋੜਨ, ਉਹਨਾਂ ਨੂੰ ਸਗੋਂ ਉਲਟ ਹਿੰਦੂ ਕਹਿਣ ਲੱਗੇ ਹੋ। ਨਹੀਂ, ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਵੀ ਜੇ ਇਸ ਅੰਦੋਲਨ ਨੂੰ ਧਾਰਮਿਕ ਰੰਗਤ ਦੇਣੀ ਹੀ ਆ ਤਾਂ ਫਿਰ ਹੈ ਡਾਇਲੋਗ ਵੀ ਹੋਣੇ ਸ਼ੁਰੂ ਚਾਹੀਦੇ ਇਹਨਾਂ ਨੂੰ, ਜਾਂ ਫਿਰ ਇਹਨੂੰ ਆਰਥਿਕ ਅੰਦੋਲਨ ਰਹਿਣ ਦਿਓ, ਸਾਨੂੰ ਜਾਂ ਇਹਨੂੰ ਆਰਥਿਕ ਅੰਦੋਲਨ ਰਹਿਣ ਦਿਓ ਹਨਾ। 84 ਸਾਨੂੰ ਅੱਤਵਾਦੀ ਕਰਾ ਕੇ ਕਰਵਾਇਆ, ਤੁਸੀਂ ਸਾਥ ਨਹੀਂ ਦਿੱਤਾ ਸਾਡਾ, ਤੇ ਹਿੰਦੂ ਤਾਂ ਤੁਸੀਂ ਨਹੀਂ ਹੈਗੇ। ਬਿਲਕੁਲ ਬਿਲਕੁਲ, ਜੇ ਧਾਰਮਿਕ ਅੰਦੋਲਨ ਨਹੀਂ ਬਣਾਉਣਾ ਫਿਰ ਤਕੜੇ ਹੋ ਕੇ ਲੜੋ ਜ਼ਿਆਦਾ ਇੱਕ ਵਾਰੀ। ਤੇ ਚੱਕੋ ਸਾਰੀ ਜੜ ਨੂੰ ਵੱਢੋ, ਜੜ ਨੂੰ ਹੱਥ ਪਾਓ। ਜੜ ਨੂੰ ਹੱਥ ਪਾਉਂਦੇ ਨਹੀਂ, ਆਲੇ ਦੁਆਲੇ ਘੁੰਮੀ ਜਾਂਦੇ ਹਿੰਦੂ ਸਿੱਖ ਏਕਤਾ, ਡਰਦੇ ਕਹੀ ਜਾਂਦੇ ਹਿੰਦੂ ਸਿੱਖ ਏਕਤਾ। ਹਿੰਦੂ ਧਰਮ ਹੀ ਹੈ ਨਹੀਂ, ਸਨਾਤਨ ਧਰਮ 3.5% ਲੋਕ ਆ। ਹਿੰਦੂ ਤਾਂ ਉਹ ਧੱਕੇ ਨਾਲ ਟਕੈਤ ਉਹਨਾਂ ਨੂੰ ਬਣਾ ਰਿਹਾ, ਅਦਰ ਬੈਕਵਰਡ ਕਲਾਸਿਸ ਦੇ ਲੋਕ ਆ। ਨਹੀਂ, ਜਦੋਂ ਗੱਲ ਆਉਂਦੀ ਹੈ ਨਾ ਫਿਰ ਇਹ ਲਿਬਰਲ ਬਹੁਤ ਛੇਤੀ ਹੋ ਜਾਂਦੇ ਆ। ਸਚਾਈ ਫਿਰ ਉਹਨਾਂ ਨੇ ਅੰਬੇਡਕਰ ਅਸੀਂ ਧਰਮ ਦੇ ਖਿਲਾਫ ਨਹੀਂ, ਜਿਹੜੇ ਜਾਟ ਸੀ ਇਹ ਪੰਜਾਬ ਦੇ ਦੁਸ਼ਮਣ ਸੀ। ਜੇ ਤੁਸੀਂ ਧਰਮ ਦੇ ਖਿਲਾਫ ਨਹੀਂ, ਤੁਸੀਂ ਜਿਹੜੀ ਧਰਮ ਦੇ ਆਧਾਰਿਤ ਉਸ ਧਰਮ 'ਚ ਐਟਰੋਸਿਟੀ ਹੁੰਦੀਆਂ ਉਹਦੇ ਅਗੇਂਸਟ ਬੋਲਣਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ। ਫਿਰ ਬੋਲੋ, ਜਾਟ ਜਿਹੜੇ ਸੀ ਨਹੀਂ ਚਿੱਲੜ ਪਿੰਡ ਖਤਮ ਕਰ ਦਿੱਤਾ ਸੀ ਇਹ ਸਿੱਖਾਂ ਦੇ ਪਹਿਲਾਂ, ਔਰ ਅੰਬੇਡਕਰਾਈ ਲੋਕਾਂ ਨੇ, ਗਰੀਬਾਂ ਨੇ ਇਹਨਾਂ ਨੂੰ ਕਲਾਸਾਂ ਦਿੱਤੀਆਂ ਤੇ ਮੰਡਲ ਕਮਿਸ਼ਨ ਦੇ ਸੰਘਰਸ਼ ਕੀਤਾ 2017 ਦੇ ਵਿੱਚ। ਜਦੋਂ ਇਹਨਾਂ ਨੂੰ ਮਾਰਿਆ, ਬੰਦੇ ਮਾਰ ਦਿੱਤੇ, ਇਹਨਾਂ ਨੂੰ ਪਤਾ ਲੱਗਾ ਸੀ ਹਿੰਦੂ ਨਹੀਂ, ਤੇ ਇਹ ਅੰਬੇਡਕਰੀ ਲੋਕਾਂ ਨੂੰ ਸਿਹਰਾ ਜਾਂਦਾ, ਉਹਨਾਂ ਨੇ ਇਹਨਾਂ ਨੂੰ ਨੌਲੇਜ ਦਿੱਤੀ। ਇਹ ਅੰਬੇਡਕਰੀ ਲੋਕਾਂ ਦੀ ਗੱਲ ਨਹੀਂ ਸੁਣ ਕੇ ਰਾਜੀ, ਇਹ ਮੰਡਲ ਕਮਿਸ਼ਨ ਦੀ ਗੱਲ ਸੁਣ ਕੇ ਰਾਜੀ। ਬਿਲਕੁਲ, ਇਹ ਗੱਲ ਸੁਣ ਕੇ ਰਾਜੀ ਨਹੀਂ ਕਿ ਸੰਵਿਧਾਨ 'ਚ ਸਾਡੇ ਹੱਕ ਲਿਖੋ। ਇਹਨਾਂ ਨਾਲ ਤਾਂ ਜਿਹੜੇ ਗੈਰ ਧਾਰਮਿਕ ਲੋਕ ਆ, ਜਾਟ, ਉਹ ਵਧੀਆ ਹੋਏ ਵੀ ਤਾਂ ਜਿਹੜੇ ਘੱਟੋ ਘੱਟ ਗੱਲ ਸੁਣ ਕੇ ਉਹ ਹੁਣ ਸਿੱਖਾਂ ਦੇ ਫਰੈਂਡ ਬਣੇ, ਉਹਨਾਂ ਨੂੰ ਪਤਾ ਲੱਗਾ ਸਿੱਖ ਸਾਡੇ ਭਰਾ ਹੈ। ਔਰ ਜੈ ਭੀਮ ਕਹਿੰਦੇ। ਮੈਂ ਤੈਨੂੰ ਇਹ ਗੱਲ ਦੱਸਦਾ ਵੀ ਹੁਣ ਤੱਕ ਸਭ ਤੋਂ ਵੱਧ ਡਾਕਟਰ ਅੰਬੇਡਕਰ ਨੂੰ ਗਾਲਾਂ ਇਹਨਾਂ ਨੇ ਕੱਢੀਆਂ, ਇੰਨੀਆਂ ਹਿੰਦੂਆਂ ਨੇ ਨਹੀਂ ਕੱਢੀਆਂ। ਮੈਨੂੰ ਪਤਾ ਯਾਰ, ਮੈਂ ਦੱਸਦਾ, ਸਭ ਤੋਂ ਵੱਧ ਨਫ਼ਰਤ ਅੰਬੇਡਕਰਵਾਦੀਆਂ ਨੂੰ, ਅੰਬੇਡਕਰ ਸਾਹਿਬ ਨੂੰ ਇਹਨਾਂ ਨੇ ਵੱਧ ਤੋਂ ਵੱਧ ਨਫ਼ਰਤ ਕੀਤੀ ਹੈ, ਠੀਕ ਨਹੀਂ? ਤੇ ਉਹਦੇ ਚ ਮੋਸਟ ਆਫ ਦਾ ਗਿਣਤੀ ਜਿਹੜੀ ਕਿਸਾਨਾਂ ਦੀ ਮੈਂ ਕਹਿ ਸਕਦਾ ਵੀ ਜਿਨ੍ਹਾਂ ਨੇ ਅਕਲ ਤੋਂ ਕੰਮ ਨਹੀਂ ਲਿਆ,
ਹਾਂ ਜਿੰਨਾ ਕੁ ਲਿਆ ਕਿਸਾਨ ਜਥੇਬੰਦੀਆਂ ਨੇ ਜ਼ਰੂਰ ਸੰਵਿਧਾਨ ਪੜ੍ਹਿਆ ਸੀ ਮਾੜਾ ਮੋਟਾ, ਇਹ ਇਹਨਾਂ ਨੇ ਪੜ੍ਹਿਆ ਕਰਕੇ ਉਹਦੀ ਸਟੱਡੀ ਕਰਕੇ ਅੱਜ ਤਾਂ ਹੀ ਖੜ ਗਏ ਨਾ ਮੋਰੇ। ਖੜ ਗਿਆ ਅੱਜ ਉਹਨਾਂ ਨੂੰ ਜਦੋਂ ਜਾਂਦੇ ਆ ਨਾ ਉੱਤੇ ਉਹਨਾਂ ਨੂੰ ਮੋਰੇ ਗੱਲ ਨਹੀਂ ਆਉਂਦੀ ਹੈਗੀ। ਧਾਰਮਿਕ ਬੰਦੇ ਤੋਂ ਪੁੱਛ ਕੇ ਦੇਖੀ, ਇਹਨੂੰ ਕਿਹਾ ਹਿੰਦੂ ਸਾਡੇ ਭਰਾ, ਇਹ ਤਾਂ ਸੰਵਿਧਾਨ ਜਾਲਣ ਤੇ ਰਹੇ ਹੁਣ ਤੇ ਕਰੀਂ ਤੋਂ ਚੱਕ ਕੇ ਜਾਲ ਦਿਓ ਇਹਨੂੰ, ਇੱਥੇ ਸਾਨੂੰ ਹਿੰਦੂ ਲਿਖ ਦਿੱਤਾ, ਕਦੇ ਸਾਨੂੰ ਹਿੰਦੂ ਸਾਨੂੰ ਤਾਂ ਲੱਭਾ ਨਹੀਂ ਕਿਤੇ ਹਿੰਦੂ ਲਿਖਿਆ ਹੁੰਦਾ, ਐਵੇਂ ਝੂਠ ਮਾਰੀ ਜਾਂਦੇ ਆ। ਜਦੋਂ ਸੰਵਿਧਾਨ 'ਚ ਹਿੰਦੂ ਧਰਮ ਹੀ ਨਹੀਂ ਹੈਗਾ, ਮੰਨਦਾ ਹੀ ਨਹੀਂ ਸੰਵਿਧਾਨ ਹਿੰਦੂ ਧਰਮ, ਕਿਹੜਾ ਹਿੰਦੂ ਲਿਖ ਦਿੱਤਾ। ਅਸਲ ਦੇ ਵਿੱਚ ਇਹ ਵੈਸੇ ਗਿਣਤੀ ਤਾਂ ਹੈਗੀ ਥੋੜੀ, 5% ਆਪਾਂ ਮੰਨ ਸਕਦੇ 100 ਜੋ 5% ਲੋਕ ਆ, 5-10% ਜਿਹੜੇ RSS ਦਾ IT ਸੈੱਲ ਉਹ ਇਹਨਾਂ ਨਾਲ ਰਲ ਕੇ ਆ। ਇਹ ਦੇਖਣ ਪੱਖਣ ਨੂੰ ਇੱਕੋ ਜਿਹੇ ਲੱਗਦੇ ਆ, ਆਈਡੀਓਲੋਜੀ ਇਹਨਾਂ ਦੀ ਇੱਕੋ ਹੀ ਆ, ਉਹ ਇਹ ਤਾਂ ਲੱਗਦਾ ਵੀ ਪਤਾ ਨਹੀਂ ਇਹਨਾਂ ਦੀ ਕਿੰਨੀ ਕੁ ਗਿਣਤੀ ਆ। ਬੇਸਿਕਲੀ 5% ਹੀ ਆ, ਇਸ ਅੰਦੋਲਨ ਦਾ ਵੀ ਕੁਝ ਨਹੀਂ ਵਿਗਾੜ ਸਕਦੇ। ਇਹ ਮੈਂ ਤੁਹਾਨੂੰ ਦੱਸ ਵਿਗੜਨਾ ਨਹੀਂ ਕੋਈ ਭਾਈ ਸਾਹਿਬ, ਮਜ਼ਦੂਰ ਨਾਲ ਆ, ਅੰਬੇਡਕਰਾਈ ਲੋਕੀ ਨਾਲ ਹੋ ਗਏ ਆ, ਤੁਸੀਂ ਦੇਖਿਓ ਜਿੱਤ ਪ੍ਰਾਪਤ ਹੋਊਗੀ। ਜੇ ਉਹ 40 ਬੈਕ ਵੀ ਜਾਊਗੇ ਫਿਰ ਵੀ ਜਿੱਤਾਂਗੇ, ਗਰੰਟੀ ਆ ਪੱਕਾ। ਕਿਉਂ ਲੜਾਈ ਆਪਣੀ ਮਜ਼ਦੂਰਾਂ ਦੀ ਆ, ਕਿਸਾਨ ਮਜ਼ਦੂਰਾਂ ਦੀ ਲੜਾਈ ਆ। ਬਿਲਕੁਲ ਬਿਲਕੁਲ 2-2.5 ਖੇਤ ਵਾਲੇ ਦੀ ਲੜਾਈ ਆ ਇਹ। ਬਿਲਕੁਲ ਇਹ ਲੜਾਈ ਜਿੱਤਾਂਗੇ। ਪੰਜਾਬ ਦੇ ਵਿੱਚ ਜਿਹੜਾ ਜ਼ਗੀਰਦਾਰੀ ਢਾਂਚਾ ਨਾ 50-100 ਖੇਤ ਵਾਲੇ ਥੋੜੇ ਹੀ ਆ, ਹੁਣ ਵੇਚ ਨਹੀਂ ਸਕਦੇ ਬਾਕੀਆਂ ਨੂੰ। ਇਸ ਕਰਕੇ ਲੋਕੀ ਜਾਗਰਤ ਹੋ ਗਏ। ਤੁਸੀਂ ਦੇਖੋ ਜੇ ਦੀਪ ਸਿੱਧੂ ਸਾਈਡ ਤੇ ਨਿਕਲ ਗਿਆ, ਕਿੰਨੇ ਕੁ ਲੋਕੀ ਟੁੱਟ ਗਏ, ਟੁੱਟਿਆ। ਲੋਕਾਂ ਨੂੰ ਜਾਗਰਤੀ ਆ ਗਈ। ਉਹ ਤਾਂ ਦੇਖਿਆ, ਦੇਖ ਮੋਦੀ ਨੇ ਮੁਸਲਮਾਨ ਮਾਰੇ, ਸ਼ਾਹ ਜੇਲ੍ਹ ਕੱਟ ਕੇ ਆਇਆ, ਤੇ ਫਿਰ ਉਹਨਾਂ ਦਾ ਹਿੰਦੂ ਰਾਸ਼ਟਰ ਮੁੱਦਾ, ਤੇ ਥੋੜਾ ਚਿਰ ਪਹਿਲਾਂ ਉਹ ਬੀਜੇਪੀ ਦੀ ਡਟ ਕੇ ਮਦਦ ਕਰਦਾ, ਸ਼ਰੇਆਮ ਮਦਦ ਕਰਦਾ। ਉਹਨੂੰ ਉਸ ਵੇਲੇ ਨਹੀਂ ਸੀ ਪਤਾ ਵੀ ਇਹ ਤਾਂ ਹਿੰਦੂ ਰਾਸ਼ਟਰ ਬਣਾਉਣ ਵਾਲੇ, ਅਸੀਂ ਤਾਂ ਸ਼ੂਦਰਾਂ, ਜਿਹੜਾ ਦੀਪ ਸਿੱਧੂ ਦਾ ਸ਼ੂਦਰਾਂ ਚੋਂ ਆ, ਬੀਜੇਪੀ ਦਾ ਸ਼ੂਦਰਾਂ ਨੂੰ ਦੁਆ ਕਰਦੀ, ਹੇਟ ਕਰਦੀ ਆ, ਤੇ ਉਹ ਨੌਲੇਜ ਨਹੀਂ ਸੀ। ਅੱਛਾ, ਆਹ ਗੱਲ ਇੱਥੇ ਆਪਾਂ ਮੜ ਜਾ ਮੈਂ ਇਹ ਚ ਐਡ ਕਰਾਂ। ਦੀਪ ਸਿੱਧੂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਕਿ ਜਦੋਂ ਮੁਸਲਮਾਨਾਂ ਦਾ ਜਿਨੋਸਾਈਡ ਕੀਤਾ ਗਿਆ, ਕਤਲੇਆਮ ਕੀਤਾ ਗਿਆ, ਇਹਨਾਂ ਨੇ ਉਹਨਾਂ ਦੀਆਂ ਧੀਆਂ ਭੈਣਾਂ ਜਿਹੜੀਆਂ ਗਰਭਵਤੀ ਸੀਗੀਆਂ ਉਹਨਾਂ ਦੇ ਢਿੱਡ ਪਾੜ ਕੇ ਬੱਚੇ ਕੱਢ ਕੇ ਮਾਰੇ। ਉਹ ਸਾਰੀ ਦੁਨੀਆ ਨੂੰ ਪਤਾ, ਅਮਰੀਕਾ ਵਾਲਿਆਂ ਨੂੰ ਪਤਾ। ਅਮਰੀਕਾ ਵਾਲੇ ਇਹਨਾਂ ਨੂੰ ਵੀਜ਼ਾ ਨਹੀਂ ਦਿੰਦੇ ਤੇ ਬਣ ਨਹੀਂ ਦਿੰਦੇ। ਪਰ ਹੈਰਾਨੀ ਦੀ ਗੱਲ ਇਸ ਇੰਨੇ ਸਪਿਰਿਚੁਅਲ, ਇੰਨੇ ਇੰਟੈਲੈਕਚੁਅਲ ਬੰਦੇ ਨੂੰ ਨਹੀਂ ਪਤਾ ਇਸ ਗੱਲ ਦਾ ਕਿ ਉਹਨਾਂ ਦਾ ਏਜੰਡਾ ਕੀ ਆ, ਇਹਨਾਂ ਦਾ ਇਤਿਹਾਸ ਕੀ, ਉਹਨਾਂ ਦਾ ਸਿਸਟਮ ਕੀ ਆ, ਪਤਾ ਨਹੀਂ ਲੱਗਾ ਹੋਊਗਾ। ਦੱਸੋ, ਕਿਸਾਨ ਖੁਦਕੁਸ਼ੀਆਂ ਕਰਦਾ, ਕਰਜ਼ੇ ਇਲੀਗਲ ਦਿੱਤੇ ਗਏ ਕਿਸਾਨਾਂ ਨੂੰ, ਕੋਈ ਉਹਨਾਂ ਦੀ ਇਨਕਮ ਨਹੀਂ ਚੈੱਕ ਕੀਤੀ ਗਈ। ਕੀ ਦੀਪ ਸਿੱਧੂ ਨੂੰ ਨਹੀਂ ਪਤਾ ਇਲੀਗਲ ਕਰਜ਼ੇ ਦਿੱਤੇ, ਮੈਂ ਕੋਰਟ 'ਚ ਕੇਸ ਕਰਾਂ ਕਿਸਾਨਾਂ ਨੂੰ ਨਾਲ ਲੈ ਕੇ, ਇਲੀਗਲ ਕਰਜ਼ੇ ਦਿੱਤੇ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਲਈ। ਬਿਲਕੁਲ ਜਿੱਤੇ ਜਾ ਸਕਦੇ ਸੀ। ਮੇਰੇ ਕਹਿਣ ਦਾ ਮਤਲਬ ਅੱਜ ਜੇ ਮੂਵਮੈਂਟ ਕੋਈ ਹੋਰ ਲੈ ਗਿਆ, ਇਕੱਠੇ ਕਰਕੇ ਲੋਕ ਦਿੱਲੀ ਹੋਰ ਲੈ ਗਿਆ, ਮੂਵਮੈਂਟ ਕੋਈ ਗਰਾਊਂਡ ਦੇ ਕੰਮ ਹੋਰ ਨਾ ਕੀਤਾ ਤੇ ਲੀਡਰ ਕੋਈ ਹੋਰ ਬਣ ਜਾਵੇ, ਉਹ ਕਿੱਦਾਂ ਬਣ ਲੈਣ ਦੇਣਾ? ਇਦਾਂ ਨਹੀਂ, ਇੰਪੋਸੀਬਲ। ਇਦਾਂ ਨਹੀਂ ਕੋਈ ਬਣ ਦਿੰਦਾ ਹੁੰਦਾ ਲੀਡਰ, ਇਦਾਂ ਨਹੀਂ ਹੁੰਦੀ ਯਾਰ। ਸਟੇਜਾਂ ਤੇ ਬੋਲਣ ਦਿੰਦਾ ਹੁੰਦਾ, ਕੰਮ ਕੇ ਹੋਰ ਨੇ ਕੀਤਾ ਹੋਵੇ ਤੇ ਸਟੇਜ ਤੇ ਕੋਈ ਹੋਰ ਬੋਲੇ ਆ ਕੇ, ਇਦਾਂ ਨਹੀਂ ਬੋਲਣ ਦਿੰਦਾ ਹੁੰਦਾ। ਗਰਾਊਂਡ ਤੇ ਕੰਮ ਕਰੋ, ਲੋਕਾਂ ਨਾਲ ਪਿਆਰ ਦਿਵਾਓ, ਘਰ ਘਰ ਕੇਡਰਾਈਜ਼ ਕਰੋ ਲੋਕਾਂ ਨੂੰ, ਫਿਰ ਮੂਵਮੈਂਟ ਉੱਠਦੀ ਹੁੰਦੀ ਆ। ਨਾਰਿਆਂ ਜਕਾਰਿਆਂ 'ਚ ਕੁਛ ਨਹੀਂ ਰੱਖਿਆ। ਦੇਖੋ, ਨੌਦੀਪ ਕੌਰ ਲੜਕੀ ਜਿਹੜੀ ਉਸ ਸੰਘਰਸ਼ ਦੇ ਵਿੱਚੋਂ 12 ਜਨਵਰੀ ਨੂੰ ਕਹਿੰਦੇ ਉਹਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ, ਉੱਤੇ ਡਾਕੇ ਦਾ ਕੇਸ ਪਾਇਆ ਜਾਂ ਕਤਲ ਦਾ ਕੇਸ ਪਾਇਆ। 12-13 ਤਰੀਕ ਨੂੰ ਜਿਹੜਾ ਜੋਗਿੰਦਰ ਸਿੰਘ ਅੰਗਰਾਮਾ ਆ, ਜਿਹਨੂੰ ਇਹ ਕਹਿੰਦੇ ਵੀ ਕੋਈ ਬੜਾ ਖਤਰਨਾਕ ਕਾਮਰੇਡ ਆ, ਇੰਨਾ ਉਹਨੂੰ ਖਤਰਨਾਕ ਕਾਮਰੇਡ ਕਹਿੰਦੇ ਵੀ ਉਹਨੇ ਸਤਿਆਨਾਸ਼ ਕਰ ਦੇਣਾ ਇਸ ਅੰਦੋਲਨ ਦਾ। ਇਹਨਾਂ ਨੇ ਖੌਰੂ ਪੱਟਿਆ ਆ, ਪੂਰਾ ਖੜਦੰਬ ਮਚਾਇਆ ਇਹਨਾਂ ਨੇ ਸੋਸ਼ਲ ਮੀਡੀਆ 'ਚ ਵੀ। ਉਸ ਬੰਦੇ ਨੇ ਕਹਿੰਦੇ ਦੂਏ ਦਿਨ ਜਦੋਂ ਉਹਨੂੰ ਪਤਾ ਲੱਗਾ, ਉਹਨੇ ਐਕਸ਼ਨ ਲਿਆ। ਮੈਂ ਨਹੀਂ ਕਹਿੰਦਾ, ਉਹਦੀ ਭੈਣ, ਉਹਦੇ ਘਰ ਦੇ ਕਹਿ ਰਹੇ ਕਿ ਜੋਗਿੰਦਰ ਸਿੰਘ ਅੰਗਰਾਮਾ ਸ਼ੁਰੂ ਤੋਂ ਅਸੀਂ ਉਹਦੇ ਨਾਲ ਕੰਮ ਕਰਦੇ ਆ ਰਹੇ, ਜਦੋਂ ਸਾਡੀ ਲੜਕੀ ਗ੍ਰਿਫਤਾਰ ਵੀ ਹੋਈ ਆ ਉਹਨੇ ਐਕਸ਼ਨ ਵੀ ਲਿਆ ਔਰ ਉਹ ਸਰਗਰਮ ਵੀ ਰਿਹਾ, ਭਾਵੇਂ ਉਹਦੀਆਂ ਸੋਸ਼ਲ ਮੀਡੀਆ ਵਿੱਚੋਂ ਐਂਟਰੀ ਵੀ ਕੱਢ ਕੇ ਵੀ ਸੁਣ ਲਈਆਂ ਜਾਣ, ਠੀਕ ਨਹੀਂ। ਪਰ ਹੈਰਾਨੀ ਦੀ ਗੱਲ ਆ ਵੀ ਇਹ ਸਾਡੇ ਜਥੇਬੰਦੀਆਂ ਨੂੰ ਜਿਹੜੀਆਂ ਅੱਜ ਜ਼ਿਆਦਾ ਸਰਗਰਮ ਹੋਈਆਂ, ਦੀਪ ਸਿੱਧੂ ਤੇ ਮੈਂ ਉਹਦਾ ਵਿਰੋਧੀ ਨਹੀਂ ਹੈਗਾ, ਚੰਗਾ ਇਨਸਾਨ ਵੀ ਹੋ ਸਕਦਾ, ਠੀਕ ਨਹੀਂ। ਪਰ ਉਹ ਜਦੋਂ ਲੜਕੀ ਉਹ ਘੱਟ ਜਰਨੈਲ ਸੀ, ਫਿਰ ਉਹਦੇ ਵਾਸਤੇ ਕੋਈ ਬੋਲਿਆ ਨਹੀਂ ਅਜੇ ਤੱਕ। ਅਖੀਰ ਨੂੰ ਜਥੇਬੰਦੀਆਂ ਖੜੀਆਂ ਹੋਈਆਂ ਉਹਦੇ ਲਈ, ਜਾਂ ਉਹ ਤਾਂ ਉਸੇ ਵੇਲੇ ਖੜ ਗਈਆਂ। ਦੱਸ ਦਿੰਦਾ, ਜਿੰਨੀਆਂ ਦਲਿਤ ਜਥੇਬੰਦੀਆਂ, ਮਜ਼ਦੂਰੀ ਦਾ ਕੰਮ, ਭੱਠੇ ਦਾ, ਰੋੜੀ ਕੁੱਟਣ, ਸੜਕਾਂ ਦਾ, ਜਿੰਨਿਆਂ ਦਾ, ਇਹ ਸਾਰਾ ਮਜ਼ਦੂਰੀ ਦਾ ਕੰਮ ਕਾਮਰੇਡਾਂ ਨੂੰ ਠੇਕਾ ਇਹਨਾਂ ਦੇ ਰੇਟ ਬੰਨਣ ਦਾ। ਉਹਨਾਂ ਨੂੰ ਤਾਂ ਕਾਮਰੇਡ ਚੰਗੇ ਲੱਗਣੇ, ਉਹਨਾਂ ਨੂੰ ਧਾਰਮਿਕ ਬੰਦੇ ਕਿੱਦਾਂ ਚੰਗੇ ਲੱਗੂਗੇ ਇਹ ਦੱਸ। ਮੈਂ ਤੈਨੂੰ ਕਹਿੰਦਾ, ਕੋਰਟ ਕਚਹਿਰੀਆਂ ਦੇ ਵਿੱਚ ਦੇਖੋ, ਕੋਰਟ ਕਚਹਿਰੀਆਂ 'ਚ
ਜਿਹੜੇ ਤਹਿਸੀਲਦਾਰ ਵਗੈਰਾ ਜਾਂ ਹੋਰ ਬੰਦੇ ਨਾ ਕਰਪਸ਼ਨ ਮੰਗਦੇ ਸੀ, ਰਿਸ਼ਵਤ ਦੇ ਵਿਰੁੱਧ ਜ਼ਿਆਦਾ ਯੁੱਧ ਜਿਹੜਾ ਇਹ ਪਿੰਡਾਂ ਦੇ ਚ ਉੱਠ ਕੇ ਜਿਹੜੇ ਕਾਮਰੇਡਾਂ ਨੇ ਰੌਲਾ ਪਾਇਆ ਵੀ ਤੁਹਾਨੂੰ ਕਾਹਦੀ ਅਸੀਂ ਰਿਸ਼ਵਤ ਦਈਏ, ਉੱਥੇ ਜਾ ਕੇ ਜੁੱਤੀ ਖੜਕਾਉਂਦੇ ਰਹੇ ਆਓ। ਪਰ ਮੈਂ ਅੱਜ ਤੱਕ ਕੋਈ ਧਾਰਮਿਕ ਜਥੇਬੰਦੀ ਨੇ ਕਦੇ ਕੋਈ ਮੋਰਚਾ ਨਹੀਂ ਲਾਇਆ ਕਿਸੇ ਰਿਸ਼ਵਤਖੋਰੀ ਵਾਲੇ ਦੇ ਵਿਰੁੱਧ, ਬੇਰੁਜ਼ਗਾਰੀ ਦੇ ਵਿਰੁੱਧ, ਇਹਨਾਂ ਦਾ ਕੋਈ ਇਹਨਾਂ ਨੇ ਮੋਰਚਾ ਨਹੀਂ ਲਾਇਆ। ਜਾਤ ਪਾਤ ਪੂਰੀ ਊਚ ਨੀਚ ਐਵੇਂ ਅੱਜ ਉਸ ਅੰਦੋਲਨ ਨੂੰ, ਬਣੇ ਹੋਏ ਅੰਦੋਲਨ ਨੂੰ ਖਰਾਬ ਕਰਨ ਤੇ ਜ਼ੋਰ ਲੱਗਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦਾ ਉਹਦੇ ਬਾਰੇ ਗੱਲ ਕਰਦੇ। ਹਾਂ, ਵੈਸੇ ਇਹ ਗੱਲਾਂ ਅਸੀਂ ਬੋਲਣੀਆਂ ਨਹੀਂ ਸੀ, ਪਰ ਇਹਨਾਂ ਨੇ ਹਵਾ ਉਸ ਅੰਦੋਲਨ ਦਾ ਰੁੱਖ ਕਿਸ ਤਰੀਕੇ ਨਾਲ ਉਹਦੀ ਰੂਪਰੇਖਾ ਖਰਾਬ ਕਰ ਰਹੇ ਆ, ਹਨਾ। ਪ੍ਰੋਪਗੈਂਡਾ ਚਲਾ ਰਿਹਾ ਯਾਰ, ਉਹ ਗਲਤ ਚਲਾਇਆ ਜਾ ਰਿਹਾ। ਕਾਮਰੇਡ ਵਰਸਸ ਸਿੱਖ ਗੱਲ ਬਣਾਈ ਜਾ ਰਹੀ ਹੈ, ਬਿਲਕੁਲ ਗਲਤ ਗੱਲ ਹੈ। ਮੈਂ ਤਾਂ ਇਹ ਕਹਿੰਦਾ ਵੀ ਚਾਹੇ ਇਸ ਅੰਦੋਲਨ ਨੂੰ ਐਵੇਂ ਸਟਰੋਂਗ ਹੈ, ਮਿਲਟਰੀ ਉਹਦੇ ਅੰਡਰ। ਦੇਖੋ ਜਦੋਂ ਬਾਦਲ ਨੇ ਬੀਜੇਪੀ ਨਾਲ ਸਮਝੌਤਾ ਕੀਤਾ, ਦੱਸੋ ਧਾਰਮਿਕ ਜਾਂ ਕਿੱਥੇ ਸੀ ਉਸ ਵੇਲੇ? ਕਾਂਗਰਸ ਨੇ ਅਟੈਕ ਕੀਤਾ, ਦੁਨੀਆ ਮਾਰੀ, ਤੇ ਬੀਜੇਪੀ ਨੇ ਲੱਡੂ ਵੰਡੇ। ਇਹਨਾਂ ਨੂੰ ਕਿਉਂ ਨਹੀਂ ਦੱਸਿਆ ਕਾਂਚੀ ਰਾਮ ਬਈ? ਇਹਨਾਂ ਨੂੰ ਬੀਐਸਪੀ ਕਿਉਂ ਨਹੀਂ ਦੱਸੀ? ਇਹਨਾਂ ਨੇ ਬੀਜੇਪੀ ਦੀ ਝੋਲੀ ਪੈ ਕੇ ਤੇ ਹਿੰਦੂ ਰਾਸ਼ਟਰ ਵੱਲ ਨੂੰ ਤੁਰ ਪਏ। ਅੱਜ ਉਹੀ ਬਾਦਲ ਦਾ ਲਾਣਾ ਵਿਰੋਧਤਾ ਕਰ ਰਿਹਾ ਉਹਨਾਂ ਦੀ। ਉਹ ਤਾਂ ਡਰਾਮਾ ਆ। ਬਾਦਲ ਦਾ ਲਾਣਾ ਉਹੀ ਜਾਣ ਕੇ ਡਾਇਰੈਕਟਲੀ ਤਰੀਕੇ ਨਾਲ ਕਰ ਰਿਹਾ। ਬਾਦਲ ਵੀ ਧਾਰਮਿਕ ਸੀ, ਕਿੰਨੇ ਮਰਵਾਤੀ ਲੋਕੀ ਉਹਨੇ। ਉਹਨੂੰ ਕਹਿੰਦੇ ਸੀ 25 ਸਾਲ ਰਾਜ ਕਰਵਾਉਣਾ। ਉਦੋਂ ਚੁੱਪ ਸਾਰੀਆਂ ਧਾਰਮਿਕ ਜਥੇਬੰਦੀਆਂ ਨਾ। ਹੁਣ ਅੰਦੋਲਨ ਖਤਮ ਹੋਣ ਤੋਂ ਬਾਅਦ ਦੇਖ ਲਈ ਤੋਂ ਇਹਨਾਂ ਨੇ ਵੋਟ ਫੇਰ ਉਹਨਾਂ ਨੂੰ ਪਾਉਣੀ ਆ। ਉਹ ਭਰਾਵੋ ਜਾਣ ਦਿਓ, ਇਹ ਮੈਂ ਤੈਨੂੰ ਦੱਸ ਦਿੰਦਾ 40 ਮੋਹਰੇ ਆ ਨਾ, ਮੈਂ ਤੈਨੂੰ ਸਾਫ਼ ਦੱਸ ਦਿੰਦਾ। ਇਹ ਉਹਨਾਂ ਚਿਰ ਸਾਨੂੰ ਚੰਗੇ ਲੱਗਦੇ ਜਿੰਨਾ ਚਿਰ ਇਹ ਉੱਥੇ ਖੜੇ ਆ। ਅੱਛਾ, ਹਨਾ, ਅਗਰ ਇਹ ਵਿਕਦੇ ਆ ਤਾਂ ਸੈਕੰਡ ਲੀਡਰਸ਼ਿਪ ਤਿਆਰ ਹੋਵੇ, ਕਿਉਂਕਿ ਉਹ ਦੁਸ਼ਮਣ ਬੜਾ ਸਟਰੋਂਗ ਆ, ਉਹ ਖਰੀਦ ਸਕਦਾ। ਸਮਝੇ? ਪਰ ਉਦਾਂ ਹੀ ਆਪਾਂ ਕਹਿੰਦਾ ਬੈਗ ਉਹ ਗਲਤ ਹੈ। ਉਹ ਖੜੇ ਆ, ਅੰਦੋਲਨ ਨੂੰ ਸਟਰੋਂਗ ਕਰੋ, ਲੋਕ ਲੈ ਕੇ ਜਾਓ, ਪਿੰਡਾਂ ਚੋਂ ਮਜ਼ਦੂਰ ਲੈ ਕੇ ਜਾਓ, ਅੰਬੇਡਕਰਾਈਜ਼ ਲੋਕ ਸਾਰੇ ਲੈ ਕੇ ਜਾਓ, ਆਲੋਚਨਾ ਨਾ ਕਰੋ। ਜੇ ਤੁਸੀਂ ਲੋਕਾਂ ਦੇ ਵਾਕਿਆ ਦਰਦੇ ਔਰ ਕਰਜ਼ੇ ਦੀ ਮਾਫੀ ਦੀ ਵੀ ਨਾਲ ਗੱਲ ਕਰੋ, ਕਰਜ਼ੇ ਵੀ ਮਾਫ ਹੋਣੇ ਚਾਹੀਦੇ, ਮਜ਼ਦੂਰਾਂ ਦੀ ਇਨਕਮ ਦੀ ਗੱਲ ਵੀ ਕਰੋ, ਤੇ ਨਾਲੇ ਜੋਬਾਂ ਸਾਰੀਆਂ ਗੱਲਾਂ ਕਰੋ ਯਾਰ। ਹੁਣ ਤਾਂ ਲੋੜ ਆ, ਪਰ ਇਹ ਇਕੱਲਾ ਕਹਿਣਾ ਇਹ ਤਾਂ ਕਾਮਰੇਡ ਆ, ਇਹ ਤਾਂ ਫਲਾਨਾ, ਇਹ ਤਾਂ ਟੰਬੜਾ, ਨੋ, ਇਹ ਗਲਤ ਗੱਲਾਂ। ਇਸ ਵੇਲੇ ਉਹ ਫਸੇ ਹੋਆ ਸਾਰੇ, ਤਾਂ ਅਸੀਂ ਕਾਮਰੇਡ ਕਹਿ ਕੇ ਭੰਡੀ ਜਾਈਏ, ਅਸੀਂ ਗਦਾਰਾਂ ਦਾ ਮਤਲਬ ਸਟਰੋਂਗਲੀ ਉਹਨਾਂ ਦਾ ਸਾਥ ਦੇਣਾ ਚਾਹੀਦਾ। ਬਿਲਕੁਲ। ਅੱਛਾ, ਦੁਨੀਆ ਦੇ ਲੋਕਾਂ ਨੇ ਇਹ ਨਹੀਂ ਵੇਖਣਾ ਕਿ ਇਹ ਕੌਣ ਸੀ, ਇਹ ਕਿੱਦਾਂ ਸੀ। ਉਹਨਾਂ ਨੇ ਤੇ ਇਹੀ ਕਹਿਣਾ ਵੀ ਇਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ, ਇਹ ਮੋਢੀ ਬਣੇ ਸੀਗੇ, ਬੜਾ ਇਹਨੇ ਯੋਗਦਾਨ ਪਾਇਆ, ਲੰਗਰ ਵੀ ਚਲਾਏ, ਧਨ ਦੌਲਤ ਪੈਸਾ ਵੀ ਖਰਚਿਆ, ਆਪਣੇ ਸਭ ਤੋਂ ਵੱਧ ਬੰਦੇ ਵੀ ਇਹਨਾਂ ਨੇ ਮਰਵਾਏ ਇਸ ਅੰਦੋਲਨ ਦੇ ਵਿੱਚ। ਵੀ ਅਖੀਰ ਤੇ ਆਣ ਕੇ ਇਹ ਹੰਭ ਗਏ। ਇਹਨਾਂ ਨੇ ਜਿੱਦਾਂ ਕਹਿ ਲਈਏ ਅਖੀਰ ਤੇ ਆ ਕੇ ਆਪਣੇ ਸਿਰ ਜਿਹੜੀ ਆ ਖੇਹ ਪਵਾ ਲਈ ਆ, ਜਦੋਂ ਹਾਰ ਪੈਣੇ ਸੀਗੇ। ਠੀਕ ਨਹੀਂ? ਕਿਉਂਕਿ ਜਦੋਂ ਉਹ ਜਿਹੜਾ ਨਾ ਅਖੀਰ ਤੇ ਜਿਹੜਾ ਜਰਨੈਲ ਜਿੱਤਦਾ, ਤਾਂ ਉਹਨੂੰ ਜਰਨੈਲ ਮੰਨਿਆ ਜਾਂਦਾ, ਉਹਦੇ ਗੱਲ 'ਚ ਹਾਰ ਪਾਏ ਜਾਂਦੇ ਆ। ਜਿੱਦਾਂ ਆਪਾਂ ਗੱਲ ਕਰ ਲਈਏ ਬਈ ਜਿਹੜਾ ਮਿਊਜ਼ੀਅਮ ਦੇ ਵਿੱਚ, ਅਜਾਇਬ ਘਰਾਂ ਦੇ ਵਿੱਚ, ਜਾਂ ਦੁਨੀਆ ਨੂੰ ਦਿਖਾਉਣ ਵਾਸਤੇ ਉਹੀ ਇੰਜਣ ਜਿਹੜੇ ਆ, ਉਹੀ ਫਾਈਟਰ ਜਿਹੜੇ ਜੈਟ ਜਿਹੜੇ ਆ, ਉਹੀ ਰੱਖੇ ਜਾਂਦੇ ਆ ਜਿਹੜੇ ਅਖੀਰਲੇ ਦਮ ਤੱਕ ਉਸ ਜੰਗ ਨੂੰ ਜਿੱਤਣ ਔਰ ਜਿੱਤ ਕੇ ਜਿੱਤ ਹਾਸਲ ਕਰਨ। ਉਹਨਾਂ ਨੂੰ ਹੀ ਉੱਥੇ ਸਦਾ ਲਈ ਸਜਾਇਆ ਜਾਂਦਾ ਹੈ। ਜਿਹੜੇ ਵਿਚਾਲੇ ਧੂਆਂ ਮਾਰ ਜਾਣ, ਵਿਚਾਲੇ ਹਾਰ ਮੰਨ ਜਾਣ, ਵਿਚਾਲੇ ਟੁੱਟ ਜਾਣ, ਵਿਚਾਲੇ ਖਿੰਡ ਪੁੰਡ ਜਾਣ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਉਹਨਾਂ ਨੂੰ ਲੋਕੀ ਇਕੱਠੇ ਕਰਕੇ ਸਾਰਿਆਂ ਨੂੰ ਲਿਆ ਕੇ ਫਿਰ ਉਹਨਾਂ ਨੂੰ ਕਬਾੜਖਾਨੇ 'ਚ ਸੁੱਟ ਦਿੱਤਾ ਜਾਂਦਾ ਹੈ। ਇਸ ਕਰਕੇ ਮਿੱਤਰੋ ਬੇਨਤੀ ਆ ਵੀ ਆਪਾਂ ਕਬਾੜਖਾਨੇ ਵਿੱਚ ਨਹੀਂ ਜਾਣਾ। ਆਪਾਂ ਸਾਰਾ ਕੁਝ ਕਰ ਕਰਾ ਕੇ ਇਸ ਇਤਿਹਾਸ ਦੇ ਵਿੱਚ ਕਿਹੋ ਜਿਹਾ ਨਾਂ ਲਿਖਾਉਣਾ, ਇਸ ਇਤਿਹਾਸ ਰੂਪੀ ਅਜਾਇਬ ਘਰ ਦੇ ਵਿੱਚ ਆਪਾਂ ਉਹ ਮੀਲ ਪੱਥਰ ਕੱਢਣਾ, ਉਹ ਇੰਜਣ ਰੱਖਣਾ ਕਿ ਇਸ ਅੰਦੋਲਨ ਨੂੰ ਸ਼ੁਰੂ ਕਰਨ ਵਾਲੇ ਵੀ ਪੰਜਾਬੀ ਸੀ, ਤੇ ਅਖੀਰਲੇ ਐਂਡ ਤੱਕ ਮੰਜ਼ਿਲ ਹਾਸਲ ਕਰਨ ਤੱਕ ਪੰਜਾਬੀਆਂ ਨੇ ਪੂਰਾ ਡਟ ਕੇ ਆਪਣਾ ਯੋਗਦਾਨ ਪਾਇਆ ਔਰ ਹਾਰ ਨਹੀਂ ਮੰਨੀ। ਧੰਨਵਾਦ ਮਿੱਤਰੋ। ਇਹ ਵਿਚਾਰ ਆਪਾਂ ਇੰਨੇ ਕੁ ਸਾਂਝੇ ਕਰ ਲਏ ਆ।
ਤੇ ਬਾਕੀ ਫਿਰ ਗੱਲਬਾਤ ਕਰਾਂਗੇ। ਅਖੀਰ ਨੂੰ ਮੈਂ ਇਹੀ ਫਿਰ ਬੇਨਤੀ ਕਰਦਾ ਵੀ ਅਗਰ ਵਿਚਾਰਾਂ ਦੇ ਵਿੱਚ ਉਤਰਾਅ ਚੜਾਅ ਹੈ, ਉਸ ਚੀਜ਼ ਨੂੰ ਬੈਠ ਕੇ ਸੁਲਝਾਇਆ ਜਾਵੇ, ਨਾ ਕਿ ਬਾਹਰ ਖੌਰੂ ਪੱਟਿਆ ਜਾਵੇ, ਖੜਦੁੰਬ ਮਚਾਇਆ ਜਾਵੇ ਜੀ ਇਹ ਕਾਮਰੇਡ ਆ, ਇਹ ਫਲਾਨਾ ਆ, ਇਹ ਐਸ ਗਰੁੱਪ ਦਾ ਆ, ਇਹਨਾਂ ਦੀ ਲੱਤਾਂ ਕੰਬ ਜਾਣੀਆਂ, ਇਹ ਘਬਰਾ ਜਾਣੇ ਆ, ਇਹ ਡਿੱਗ ਜਾਣੇ ਆ, ਇਹਨੀ ਤਿਲਕ ਕੇ ਡਿੱਗ ਪੈਣਾ ਆ, ਇਹ ਜੰਗ ਨਹੀਂ ਲੜ ਸਕਦੇ। ਇਹੋ ਜਿਹੀ ਜਿਹੜੀ ਆ ਦੂਸ਼ਣਬਾਜ਼ੀ ਬੰਦ ਕਰੀਏ ਤੇ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਮੋਰਚੇ ਨੂੰ ਅਖੀਰ ਤੱਕ ਜਿਤਾਉਣ ਵੱਲ ਆਪੋ ਆਪਣਾ ਯੋਗਦਾਨ ਪਾਈਏ। ਉਸ ਚਿੜੀ ਦੀ ਤਰ੍ਹਾਂ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਈ ਹੈ, ਉਹ ਆਪਣੀ ਚੁੰਝ ਦੇ ਨਾਲ ਪਾਣੀ ਸਿੱਟੀ ਜਾਂਦੀ ਹੈ ਲਿਆ ਕੇ, ਤੇ ਬਾਕੀ ਜਿਹੜੇ ਸਾਡੇ ਵਰਗੇ ਬਾਂਦਰ ਉਹਨੂੰ ਪੁੱਛਣ ਲੱਗੇ ਆ, ਮਜ਼ਾਕ ਕਰਦੇ ਆ ਕਿ ਚਿੜੀਏ ਤੇਰੀ ਚੁੰਝ ਤਾਂ ਨਿੱਕੀ ਜਿਹੀ ਹੈ, ਤੇਰੇ ਇਸ ਪਾਣੀ ਦੇ ਨਾਲ ਚੁੰਝ ਦੇ ਨਾਲ ਨਿੱਕੇ ਜਿਹੀ ਚੁੰਝ ਨਾਲ ਲਿਆਂਦੇ ਪਾਣੀ ਦਾ ਜੰਗਲ ਦੀ ਅੱਗ ਨਹੀਂ ਬੁੱਝ ਜਾਣੀ। ਉਹ ਕਹਿੰਦੀ ਅੱਗ ਬੁਝੇ ਜਾਂ ਨਾ ਬੁਝੇ, ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਇਤਿਹਾਸ ਲਿਖਿਆ ਜਾਵੇਗਾ ਕਿ ਇਸ ਜੰਗਲ ਨੂੰ ਅੱਗ ਲੱਗੀ ਸੀ, ਇਸ ਜੰਗਲ ਦੀ ਲੱਗੀ ਹੋਈ ਅੱਗ ਨੂੰ ਬੁਝਾਉਣ ਦੇ ਵਿੱਚ ਕਿਹਨਾਂ ਕਿਹਨਾਂ ਨੇ ਯੋਗਦਾਨ ਪਾਇਆ ਸੀਗਾ, ਕਿ ਉਦੋਂ ਕਹਿੰਦੀ ਮੇਰਾ ਨਾਂ ਜਿਹੜਾ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਨਾਂ ਦਰਜ ਕੀਤਾ ਜਾਵੇਗਾ, ਉਦੋਂ ਮੇਰਾ ਨਾਂ ਹਿੰਮਤੀਆਂ ਦੇ ਵਿੱਚ ਦਰਜ ਕੀਤਾ ਜਾਵੇਗਾ, ਨਾ ਕਿ ਉਹਨਾਂ ਦੇ ਵਿੱਚ ਜਿਹੜੇ ਖੜ ਕੇ ਤਮਾਸ਼ਾ ਦੇਖਦੇ ਰਹੇ, ਜਿਹੜੇ ਅੱਗ ਲਾਉਣ ਵਾਲੇ ਸੀਗੇ ਉਹਨਾਂ ਦੇ ਵਿੱਚ ਨਹੀਂ ਦਰਜ ਕੀਤਾ ਜਾਵੇ। ਇਸ ਕਰਕੇ ਆਪਾਂ ਉਸ ਚਿੜੀ ਦੇ ਸਮਾਨ ਆ, ਔਰ ਉਹਦੇ ਵਾਂਗੂ ਆਪੋ ਆਪਣਾ ਬਣਦਾ ਛੋਟੇ ਤੋਂ ਮੋਟਾ ਜਿੰਨਾ ਵੀ ਯੋਗਦਾਨ ਪੈਂਦਾ ਉਹ ਯੋਗਦਾਨ ਪਾਈਏ। ਧੰਨਵਾਦ ਮੇਰਾ ਵੀਰ ਇੰਦਰਵੀਰ ਸਿੰਘ ਲਾਲੀ, ਉਹ ਵੀ ਹੁਣੇ ਜੁੜੇ ਆ, ਪਰ ਪ੍ਰੋਗਰਾਮ ਕਾਫੀ ਲੰਬਾ ਹੋ ਗਿਆ। ਬਿੱਟੂ ਦੌਲਤਪੁਰੀਆ ਜੀ, ਦਿਲਵਾਗ ਸਿੰਘ ਜੀ ਤੇ ਹੋਰ ਵੀ ਮੇਰੇ ਵੀਰ ਕਾਫੀ ਜੁੜੇ ਸੀਗੇ ਨਾਲ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਫਿਰ ਆਪਾਂ ਕਿਸੇ ਦਿਨ ਫੇਰ ਵਿਚਾਰਾਂ ਸਾਂਝੀਆਂ ਕਰਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।